ਪੰਜ ਦਰਿਆ ਦੇ ਸਕਾਟਲੈਂਡ ਸਟੂਡੀਓ ਤੋਂ ਹਫ਼ਤਾਵਾਰੀ ਪ੍ਰੋਗਰਾਮ ਇੱਕ ਲੱਖ ਕਿਰਨਾਂ ਦੀ ਲੈ ਕੇ ਹਾਜ਼ਰ ਹਾਂ। ਮੈਂ ਤੁਹਾਡਾ ਖੁਰਮੀ ਹਿੰਮਤਪੁਰਾ। ਸਭ ਤੋਂ ਪਹਿਲਾਂ ਆਪ ਸਭ ਨੂੰ ਪੰਜਾਬੀ ਵਰੇ ਦੀ ਸ਼ੁਰੂਆਤ ਤੇ ਬਹੁਤ ਬਹੁਤ ਮੁਬਾਰਕਾਂ। ਸਾਡੀ ਕੋਸ਼ਿਸ਼ ਹੈ ਕਿ ਇੱਕ ਲੱਖ ਕਿਰਨਾਂ ਦੀ ਪ੍ਰੋਗਰਾਮ ਤਹਿਤ ਜੋ ਵੀ ਕੋਈ ਨਵੀਂ ਜਾਣਕਾਰੀ ਆਉਂਦੀ ਹੈ ਉਹ ਆਪ ਸਭ ਦੇ ਰੂਬਰੂ ਕਰੀਏ। ਸਕਾਟਲੈਂਡ ਦੇ ਵਿੱਚ ਮਰਦਮਸ਼ੁਮਾਰੀ ਚੱਲ ਰਹੀ ਹੈ। 28 ਫਰਵਰੀ ਤੋਂ ਸਾਡੇ ਘਰਾਂ ਦੇ ਵਿੱਚ ਚਿੱਠੀਆਂ ਪਹੁੰਚੀਆਂ। ਉਹਨਾਂ ਚਿੱਠੀਆਂ ਦੇ ਵਿੱਚ ਇੱਕ ਇੰਟਰਨੈਟ ਐਕਸੈਸ ਕੋਡ ਤੁਹਾਨੂੰ ਆਇਆ। ਉਹਦੇ ਬਾਅਦ ਦੇ ਵਿੱਚ ਸਾਨੂੰ ਕਿਹਾ ਗਿਆ ਕਿ ਇੰਟਰਨੈਟ ਦੇ ਜ਼ਰੀਏ ਉਸ ਪ੍ਰਸ਼ਨਾਵਲੀ ਨੂੰ, ਕੁਐਸਚਨੇਅਰ ਨੂੰ ਭਰਿਆ ਜਾਵੇ ਤਾਂ ਕਿ ਅਸੀਂ ਸਕਾਟਲੈਂਡ ਦਾ ਜਿਹੜਾ ਸੈਂਸਸ ਆ ਉਹਦਾ ਹਿੱਸਾ ਬਣੀਏ। ਇੱਥੇ ਦੱਸਣਾ ਚਾਹਾਂਗੇ ਕਿ ਜਦੋਂ ਵੀ ਕਿਸੇ ਦੇਸ਼ ਦੀ ਵਸੋਂ ਦੀ ਗਿਣਤੀ ਹੁੰਦੀ ਹੈ ਉਹਦੇ ਆਧਾਰ ਤੇ ਹੀ ਜਨਤਕ ਸੇਵਾਵਾਂ ਜਿਹੜੀਆਂ ਲੋਕਾਂ ਨੂੰ ਪ੍ਰਦਾਨ ਕੀਤੀਆਂ ਜਾਣੀਆਂ ਉਹਦੇ ਬਾਰੇ ਫੰਡਿੰਗ ਦਾ ਜਿਹੜਾ ਖਰਚਾ ਉਹਨੂੰ ਮਿਥਿਆ ਜਾਂਦਾ ਤੇ ਉਹਦੇ ਵਿੱਚ ਸਾਡਾ ਅੰਕੜਾ ਪਹੁੰਚਦਾ ਹੈ ਕਿ ਤੁਸੀਂ ਕਿੱਥੋਂ ਕਿੱਥੋਂ ਕਿਹੜੇ ਧਰਮ ਨੂੰ ਬਿਲੋਂਗ ਕਰਦੇ ਹੋ, ਜਾਂ ਤੁਸੀਂ ਤੁਹਾਡੀ ਬੋਲੀ ਕੀ ਹੈ, ਜਾਂ ਤੁਹਾਨੂੰ ਅੰਗਰੇਜ਼ੀ ਕਿੰਨੀ ਕੁ ਆਉਂਦੀ ਹੈ। ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਸਵਾਲ। ਜਦੋਂ ਅਸੀਂ ਆਮ ਲੋਕਾਂ ਦੇ ਵਿਚਰ ਕੇ ਇਹ ਪਤਾ ਕੀਤਾ ਤਾਂ ਬਹੁਤ ਸਾਰੇ ਸੱਜਣ ਮਿੱਤਰ ਇਹੋ ਜਿਹੇ ਮਿਲੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀ ਕਿ ਮਰਦਮਸ਼ੁਮਾਰੀ ਚੱਲ ਰਹੀ ਹੈ ਜਾਂ ਉਹਨਾਂ ਨੂੰ ਕੋਈ ਚਿੱਠੀ ਆਈ ਹੈ। ਆਪਣਾ ਫਰਜ਼ ਸਮਝਦੇ ਹੋਏ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅੱਜ ਦੇ ਪ੍ਰੋਗਰਾਮ ਦੇ ਰਾਹੀਂ ਆਪ ਸਭ ਨੂੰ ਸੂਚਿਤ ਕੀਤਾ ਜਾਵੇ ਜਾਂ ਆਪ ਸਭ ਨੂੰ ਦੱਸਿਆ ਜਾਵੇ ਕਿ ਉਸ ਮਰਦਮਸ਼ੁਮਾਰੀ ਦੇ ਵਿੱਚ ਤੁਸੀਂ ਕਰਨਾ ਕੀ ਹੈ ਤੇ 1000 ਪਾਉਂਡ ਤੱਕ ਦੇ ਜੁਰਮਾਨੇ ਤੋਂ ਬਚਣਾ ਕਿਵੇਂ ਹੈ, ਜਾਂ ਕਿਸੇ ਕਾਨੂੰਨੀ ਉਲਝਣ 'ਚ ਫਸਣੋਂ ਕਿਵੇਂ ਬਚਣਾ। ਇਸ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਹਿਲਾਂ ਮੈਂ ਆਪ ਸਭ ਨੂੰ ਇਹ ਦੱਸ ਦੇਵਾਂ ਕਿ ਜਿਸ ਦਿਨ ਤੋਂ ਰੇਡੀਓ ਪੰਜ ਦਰਿਆ ਦੇ ਲਾਈਵ ਪ੍ਰੋਗਰਾਮ ਸ਼ੁਰੂ ਕੀਤੇ ਆ ਤੇ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਉਹ ਸਾਰੇ ਦੇ ਸਾਰੇ ਪ੍ਰੋਗਰਾਮ ਹੀ ਇੱਕ ਤਰ੍ਹਾਂ ਸਪਾਂਸਰਡ ਪ੍ਰੋਗਰਾਮ ਹੈ, ਕਿਉਂਕਿ ਕਿਸੇ ਵੀ ਅਦਾਰੇ ਨੂੰ ਚਲਾਉਣਾ, ਕਿਸੇ ਵੀ ਉਦਮ ਨੂੰ ਚਲਾਉਣਾ, ਉਹਦੇ ਲਈ ਵਿੱਤੀ ਸਹਿਯੋਗ ਜ਼ਰੂਰੀ ਹੁੰਦਾ ਤੇ ਜਦੋਂ ਸਾਡੇ ਆਪਣੇ ਸਾਡਾ ਮੋਢਾ ਥਾਪੜ ਕੇ ਸਾਡਾ ਇਸ ਤਰ੍ਹਾਂ ਦਾ ਸਹਿਯੋਗ ਦੇਣ ਤਾਂ ਮਾਣ ਕਰਨਾ ਬਣਦਾ। ਸਭ ਤੋਂ ਪਹਿਲਾਂ ਮੈਂ ਜਿਹੜੇ ਅੱਜ ਦੇ ਇਸ ਪ੍ਰੋਗਰਾਮ ਹੈ ਹਰਦਿਆਲ ਸਿੰਘ ਜੀ ਬਾਰੀ ਜਿਹੜੇ ਰਿਟਾਇਰਡ ਅਧਿਆਪਕ ਰਹਿ ਚੁੱਕੇ ਆ ਤੇ ਮਾਣ ਹੈ ਕਿ ਉਹਨਾਂ ਨੇ ਆਪਣੀਆਂ ਸੇਵਾਵਾਂ ਸਾਡੇ ਪਿੰਡ ਹਿੰਮਤਪੁਰਾ ਦੇ ਮੇਰੇ ਚਾਚੇ ਤਾਏ, ਮੇਰੇ ਡੈਡੀ ਵਰਗਿਆਂ ਨੂੰ ਜਾਂ ਉਹਨਾਂ ਦੇ ਹਮ ਉਮਰਾਂ ਨੂੰ ਵਿੱਦਿਆ ਦਾਨ ਦਿੱਤਾ। ਤੇ ਨਾਲ ਹੀ ਸੁਰਿੰਦਰ ਸਿੰਘ ਮੇਨ ਜੀ ਤੇ ਬਲਵੀਰ ਕੌਰ ਮੇਨ, ਕੱਲ ਉਹਨਾਂ ਦੀ ਪੋਤਰੀ ਦਾਨਵੀਰ ਸਿੰਘ ਉਹਨਾਂ ਦਾ ਦੂਜਾ ਜਨਮ ਦਿਨ ਸੀ ਤੇ ਜਨਮ ਦਿਨ ਦੇ ਸੰਬੰਧ ਵਿੱਚ ਗੁਰੂ ਨਾਨਕ ਸਿੱਖ ਟੈਂਪਲ ਵਿਖੇ, ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਵਿਖੇ ਅਟੈਗੋ ਸਟਰੀਟ ਉੱਥੇ ਇੱਕ ਸਮਾਗਮ ਹੋਇਆ। ਸੰਗਤਾਂ ਨੇ ਰਲ ਮਿਲ ਕੇ ਬੱਚੀ ਦਾ ਜਨਮ ਦਿਨ ਮਨਾਇਆ ਤੇ ਉਸ ਪਰਿਵਾਰ ਵੱਲੋਂ, ਮੇਨ ਪਰਿਵਾਰ ਵੱਲੋਂ ਪੰਜ ਦਰਿਆ ਦੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਆਰਥਿਕ ਸਹਿਯੋਗ ਵੀ ਭੇਜਿਆ ਗਿਆ। ਨਾਲ ਹੀ ਗੁਰੂ ਨਾਨਕ ਸਿੱਖ ਗੁਰਦੁਆਰਾ ਗਲਾਸਗੋ ਸਮੁੱਚੀ ਪ੍ਰਬੰਧਕ ਟੀਮ, ਹਰਜੀਤ ਸਿੰਘ ਖਹਿਰਾ ਜੀ ਬਾਬਾ ਬੁੱਢਾ ਦਲ ਗਲਾਸਗੋ ਵੱਲੋਂ ਤੇ ਨਾਲ ਪਰਮਜੀਤ ਸਿੰਘ ਸਮਰਾ ਸਪਾਈਸ ਆਫ ਲਾਈਫ, ਪੰਜਾਬੀ ਭਾਸ਼ਾ ਚੇਤਨਾ ਬੋਰਡ ਦੇ ਡਾਇਰੈਕਟਰ ਹਰਮੀਤ ਸਿੰਘ ਭਕਨਾ ਜੀ ਤੇ ਮਹਿਕ ਪੰਜਾਬ ਦੀ ਗਿੱਧਾ ਗਰੁੱਪ ਜਿਹੜਾ ਸਕਾਟਲੈਂਡ ਦੀ ਧਰਤੀ ਦੇ ਉੱਤੇ ਸੱਭਿਆਚਾਰ ਦੀਆਂ ਤਿੜਾਂ ਬੀਜ ਕੇ ਸੇਵਾ ਕਰ ਰਿਹਾ। ਉਹਨਾਂ ਸਾਰਿਆਂ ਦੇ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਹੁਣ ਤੱਕ ਦੇ ਪ੍ਰੋਗਰਾਮਾਂ ਦੇ ਵਿੱਚ ਸਹਿਯੋਗ ਦਿੰਦੇ ਆ ਰਹੇ ਆ। ਅਸੀਂ ਜਿਹੜਾ ਸੈਂਸਸ ਦੇ ਸੰਬੰਧ ਵਿੱਚ ਗੱਲ ਕਰਨੀ ਸੀ ਤੁਹਾਡੇ ਨਾਲ, ਉਹ ਇਹ ਹੈ ਕਿ ਅਕਸਰ ਹੀ ਸਾਡੇ ਘਰਾਂ ਦੇ ਵਿੱਚ ਜਦੋਂ ਅਸੀਂ ਦਰਵਾਜ਼ਾ ਖੋਲਦੇ ਹਾਂ ਤਾਂ ਬਿੱਲਾਂ ਵਾਲੀਆਂ ਚਿੱਠੀਆਂ ਹੀ ਸਾਹਮਣੇ ਆਉਂਦੀਆਂ ਤੇ ਉਹ ਚਿੱਠੀਆਂ ਕਈ ਵਾਰ ਅਸੀਂ ਅਣਗੌਲਿਆਂ ਕਰ ਦਿੰਦੇ ਹਾਂ ਕਿਉਂਕਿ ਵਾਧੂ ਬੋਝ ਹੁੰਦਾ। ਮੰਨਿਆ ਜਾਂਦਾ ਕਿ ਜਿਹੜੀ ਚਿੱਠੀ ਆਉਂਦੀ ਆ ਕੋਈ ਉਹ ਟੈਨਸ਼ਨ ਲੈ ਕੇ ਆਉਂਦੀ ਆ ਤੇ ਉਹਨਾਂ
ਚਿੱਠੀਆਂ ਦੇ ਰੌਲੇ ਦੇ ਵਿੱਚ ਇੱਕ ਚਿੱਠੀ ਤੁਹਾਡੇ ਕੋਲੋਂ ਵੀ ਅਣਗੌਲਿਆਂ ਰਹਿ ਗਈ ਹੋਣੀ ਆ, ਜਿਹੜੀ ਸੈਂਸਸ ਸਕਾਟਲੈਂਡ ਦੇ ਨਾਂ ਤੇ ਸਾਡੇ ਦਰਵਾਜ਼ੇ 'ਚ ਝੀਰ ਥਾਣੀ ਛੱਟ ਕੇ ਗਏ ਹੋਣਗੇ। ਉਹ ਚਿੱਠੀ ਕੋਈ ਆਮ ਚਿੱਠੀ ਨਹੀਂ, ਤੁਹਾਨੂੰ 10 ਸਾਲਾਂ ਬਾਅਦ ਮਿਲੀ ਆ। ਜਿਹੜਾ ਸਕਾਟਲੈਂਡ ਦੀ ਮਰਦਮਸ਼ੁਮਾਰੀ ਆ ਉਹ 10 ਸਾਲ ਬਾਅਦ ਆਉਂਦੀ ਹੈ। ਉਹਦੀ ਜਿਹੜੀ ਤਰੀਕ ਸੀ ਉਹ ਮਾਰਚ ਮਹੀਨਾ 2021 ਸੀ, ਪਰ ਅਸੀਂ ਜਾਣਦੇ ਹਾਂ ਕਿ ਕਰੋਨਾ ਦੇ ਦੌਰ ਦੇ ਵਿੱਚ ਸਭ ਕੁਝ ਉਥਲ ਪੁਥਲ ਸੀ। ਸਰਕਾਰ ਵੱਲੋਂ ਫੈਸਲਾ ਲਿਆ ਗਿਆ ਸੀ ਕਿ ਜਿਹੜੀ 2021 ਦੇ ਵਿੱਚ ਮਰਦਮਸ਼ੁਮਾਰੀ ਹੋਣੀ ਆ ਉਹਦਾ 1 ਸਾਲ ਵਧਾ ਕੇ 2022 ਕੀਤਾ ਜਾਵੇ। ਹੁਣ ਜਿਹੜਾ 20 ਮਾਰਚ 2022 ਉਹ ਸੈਂਸਸ ਸਕਾਟਲੈਂਡ ਡੇ ਹੈ, ਤੇ ਸਾਡੇ ਘਰਾਂ ਦੇ ਵਿੱਚ 28 ਫਰਵਰੀ ਤੋਂ ਉਹ ਚਿੱਠੀਆਂ ਆਈਆਂ। ਚਿੱਠੀ ਦੇ ਵਿੱਚ ਕੀ ਸੀ? ਉਹਦੇ ਵਿੱਚ ਤੁਹਾਡਾ ਇੱਕ ਵੱਖਰਾ ਇੱਕ ਪਰਿਵਾਰ ਦਾ, ਤੁਹਾਡੇ ਘਰ ਦਾ ਇੰਟਰਨੈਟ ਐਕਸੈਸ ਕੋਡ ਸੀ ਦਾ, ਹਰ ਹਾਊਸਹੋਲਡ ਦਾ ਉਹ ਇੰਟਰਨੈਟ ਐਕਸੈਸ ਕੋਡ ਵੱਖਰਾ ਸੀ। ਮੈਂ ਇੱਥੇ ਮੁੱਢਲੀ ਜਾਣਕਾਰੀ ਦੇ ਤੌਰ ਤੇ ਆਪ ਸਭ ਨੂੰ ਬੇਨਤੀ ਕਰਦਾ ਕਿ ਜਿੱਥੇ ਵੀ ਜਦੋਂ ਵੀ ਤੁਸੀਂ ਇਸ ਹਫ਼ਤੇ ਦੇ ਅੰਦਰ ਅੰਦਰ ਇਸ ਵੀਡੀਓ ਨੂੰ ਸੁਣੋਗੇ ਜਾਂ ਵੀਡੀਓ ਨੂੰ ਦੇਖੋਗੇ ਜਾਂ ਰੇਡੀਓ ਦਾ ਪ੍ਰੋਗਰਾਮ ਸੁਣ ਰਹੇ ਹੋਣ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਜ਼ਰੂਰ ਕਰੋ, ਖਾਸ ਕਰਕੇ ਉਹਨਾਂ ਦੋਸਤਾਂ ਤੱਕ ਜਿਹੜੇ ਸਕਾਟਲੈਂਡ ਵਿੱਚ ਰਹਿੰਦੇ ਆ, ਕਿਉਂਕਿ ਸਕਾਟਲੈਂਡ ਦੇ ਵਿੱਚ ਰਹਿੰਦੇ ਲੋਕਾਂ ਲਈ ਇਹ ਮਰਦਮਸ਼ੁਮਾਰੀ ਆ। ਜਿੰਨੇ ਇਹਦੇ ਵਿੱਚ ਆਪਣਾ ਉਹ ਸਰਕਾਰ ਦੇ ਅੰਕੜਿਆਂ ਵਿੱਚ ਸ਼ਾਮਲ ਗਿਣੇ ਜਾਣਗੇ, ਤੇ ਜਿਹੜੇ ਇਹਨਾਂ ਅੰਕੜਿਆਂ ਤੋਂ ਬਾਹਰ ਰਹਿ ਜਾਣਗੇ ਫਿਰ ਉਹਨਾਂ ਨੂੰ ਸਰਕਾਰ ਵੱਲੋਂ ਉਹਨਾਂ ਦੀ ਜਵਾਬਦੇਹੀ ਮੰਗੀ ਜਾਊਗੀ, ਜਿਹਦੇ ਵਿੱਚ ਕਿਹਾ ਜਾ ਰਿਹਾ ਕਿ 1000 ਪਾਉਂਡ ਤੱਕ ਦਾ ਜੁਰਮਾਨਾ ਹੋ ਸਕਦਾ ਹੈ ਤੇ ਕਿਸੇ ਨਾ ਕਿਸੇ ਕਾਨੂੰਨੀ ਉਲਝਣ ਦੇ ਵਿੱਚ ਵੀ ਤੁਸੀਂ ਫਸ ਸਕਦੇ ਹੋ। ਮੈਂ ਇੱਥੇ ਸ਼ੁਰੂਆਤ ਤੋਂ ਗੱਲ ਕਰਦਾ ਕਿ ਜੇ ਤੁਹਾਡੇ ਘਰ ਚਿੱਠੀ ਆਈ ਹੈ ਤਾਂ ਉਸ ਚਿੱਠੀ ਦੇ ਵਿੱਚ ਤੁਹਾਡਾ ਇੰਟਰਨੈਟ ਐਕਸੈਸ ਕੋਡ ਆ ਲਗਭਗ 16-17 ਲੈਟਰ ਕਹਿ ਸਕਦੇ ਹਾਂ ਜਾਂ ਡਿਜਿਟ ਹੋ ਸਕਦੀਆਂ। ਜੇ ਉਹ ਚਿੱਠੀ ਤੁਹਾਡੇ ਕੋਲੋਂ ਕਿਸੇ ਵਜ੍ਹਾ ਕਰਕੇ ਗੁਆਚ ਗਈ ਹੈ ਜਾਂ ਤੁਹਾਨੂੰ ਲੱਭ ਨਹੀਂ ਰਹੀ ਤਾਂ ਤੁਸੀਂ census.gov.scot ਵੈਬਸਾਈਟ ਤੇ ਜਾ ਕੇ ਦੁਬਾਰਾ ਇੰਟਰਨੈਟ ਐਕਸੈਸ ਕੋਡ ਆਨਲਾਈਨ ਵੀ ਮੰਗਵਾ ਸਕਦੇ ਹੋ। ਜਦੋਂ ਤੁਹਾਡੇ ਕੋਲ ਉਹ ਕੋਡ ਆ ਜਾਂਦਾ ਹੈ ਤਾਂ ਤੁਸੀਂ ਸਟਾਰਟ ਦੇ ਬਟਨ ਤੋਂ, ਉੱਥੇ ਰੈੱਡ ਬਟਨ ਆਉਂਦਾ, ਲਾਲ ਬਟਨ ਆਉਂਦਾ, ਸਟਾਰਟ ਕਰਨਾ, ਕੰਟੀਨਿਊ ਕਰਨਾ ਤੇ ਇੰਟਰਨੈਟ ਐਕਸੈਸ ਕੋਡ ਭਰਨਾ। ਇਸ ਤੋਂ ਅੱਗੇ ਤੁਹਾਡੇ ਪਤੇ ਟਿਕਾਣੇ ਦਾ ਜਿਹੜਾ ਉਹਨਾਂ ਨੇ ਜਵਾਬ ਮੰਗਣਾ ਤੇ ਤੁਸੀਂ ਆਪਣਾ ਐਡਰੈਸ ਭਰਦੇ ਹੋ। ਫਿਰ ਅੱਗੇ ਨੈਕਸਟ ਦਾ ਬਟਨ ਆਉਂਦਾ ਤਾਂ ਅੱਗੇ ਤੁਸੀਂ ਇੱਕ ਆਪਣਾ ਪਾਸਵਰਡ ਬਣਾਉਣਾ ਤਾਂ ਕਿ ਤੁਹਾਡੀ ਜਾਣਕਾਰੀ ਤੁਹਾਡੇ ਤੱਕ, ਤੁਹਾਡੇ ਕੋਲ ਸਾਂਭੀ ਰਵੇ। ਤੁਸੀਂ ਉਸ ਪਾਸਵਰਡ ਦੇ ਰਾਹੀਂ ਅਗਾਂਹ ਤੋਂ ਵੀ ਉਹਦੇ ਵਿੱਚ ਦੇਖ ਸੇਖ ਕਰ ਸਕਦੇ ਹੋ। ਪਾਸਵਰਡ ਨੂੰ ਤੁਸੀਂ ਸੇਵ ਕਰਨਾ ਜਾਂ ਨਹੀਂ ਤੁਹਾਡੇ ਤੇ ਨਿਰਭਰ ਕਰਦਾ। ਜੇ ਕਰ ਲੈਂਦੇ ਹੋ ਤਾਂ ਅਗਲੀ ਵਾਰ ਖੋਲੋਗੇ ਤਾਂ ਤੁਹਾਡਾ ਜਿਹੜੀ ਜਾਣਕਾਰੀ ਤੁਹਾਡੇ ਸਾਹਮਣੇ ਹੋਣੀ ਹੈ। ਫਿਰ ਅੱਗੇ ਆਉਂਦਾ ਜੀ ਤੁਹਾਡਾ ਨਾਮ, ਤੇ ਉੱਥੇ ਜਦੋਂ ਤੁਸੀਂ ਉਹਨੂੰ ਨਾਮ ਦੀ ਆਪਸ਼ਨ ਨੂੰ ਸੇਵ ਕਰਦੇ ਹੋ ਤਾਂ ਅੱਗੇ ਕੰਟੀਨਿਊ ਦਾ ਬਟਨ ਆਉਂਦਾ। ਫਿਰ ਅੱਗੇ ਸ਼ੁਰੂ ਹੁੰਦਾ ਤੁਹਾਡੇ ਉਸ ਘਰ ਦੇ ਵਿੱਚ ਰਹਿਣ ਦੀ ਜਾਣਕਾਰੀ, ਜਿਹਦੇ ਵਿੱਚ ਤੁਸੀਂ ਇਸੇ ਪਤੇ ਤੇ ਰਹਿੰਦੇ ਹੋ, ਕਿਉਂਕਿ ਜਦੋਂ ਤੁਹਾਡਾ ਐਕਸੈਸ ਕੋਡ ਭਰਿਆ ਗਿਆ ਤਾਂ ਉਸ ਕੋਡ ਦੇ ਜ਼ਰੀਏ ਉਹਨਾਂ ਕੋਲੇ ਉਹ ਜਾਣਕਾਰੀ ਪਈ ਹੈ ਕਿ ਤੁਸੀਂ ਕਿੰਨੇ ਨੰਬਰ ਘਰ 'ਚ ਰਹਿੰਦੇ ਹੋ, ਕਿਹੜੀ ਗਲੀ ਹੈ ਤੇ ਕਿਹੜਾ ਤੁਹਾਡਾ ਪੋਸਟ ਕੋਡ ਹੈ। ਤੇ ਫਿਰ ਨਾਲ ਅਗਲਾ ਸਵਾਲ ਆਉਂਦਾ ਕਿ ਤੁਹਾਡੇ ਨਾਲ ਕੋਈ ਹੋਰ ਰਹਿੰਦਾ, ਉਹਨੇ ਜਾਣੇ ਤੁਸੀਂ ਐਡ ਕਰਨੇ ਆ। ਐਡ ਕਰਨ ਤੋਂ ਬਾਅਦ ਸੇਵ ਤੇ ਕੰਟੀਨਿਊ ਦਾ ਆਪਸ਼ਨ। ਕੋਈ ਟੈਂਪਰੇਰੀ ਤੌਰ ਤੇ ਰਹਿੰਦਾ, ਮਤਲਬ ਕਿ ਤੁਹਾਡੇ ਕੋਲ ਕੋਈ ਉਹ ਤੁਹਾਡੇ ਕੋਲ ਰਹਿੰਦਾ ਤਾਂ ਉਹਦੀ ਵੀ ਤੁਸੀਂ ਜਾਣਕਾਰੀ ਦੇਣੀ ਹੈ। ਇੱਕ ਅੱਗੇ ਪੁੱਛਿਆ ਜਾਣਾ ਕਿ 20 ਮਾਰਚ ਨੂੰ, ਜਾਣੀ ਕਿ 20 ਮਾਰਚ ਨੂੰ ਸੈਂਸਸ ਡੇ ਆ, 20 ਮਾਰਚ ਨੂੰ ਤੁਹਾਡੇ ਜੇ ਕੋਈ ਹੋਊਗਾ ਤਾਂ ਉਹਦੀ ਵੀ ਜਾਣਕਾਰੀ ਤੁਸੀਂ ਯੈਸ ਜਾਂ ਨੋ ਦੇ ਰੂਪ ਚ ਦੇਣੀ ਹੈ। ਫਿਰ ਉਹ ਪੁੱਛਦੇ ਵੀ ਦਿਸ ਇਜ਼ ਐਵਰੀਵਨ, ਸਾਰੇ ਬਸ ਇੰਨੇ ਕੀ ਆ। ਤੇ ਇਹਦੇ ਬਾਅਦ ਜਿਹੜੇ ਜਿਹੜਿਆਂ ਦਾ ਤੁਸੀਂ ਨਾਲ ਅੰਕੜਾ ਭਰਿਆ ਹੋਇਆ, ਨਾਂ ਭਰਿਆ ਹੋਇਆ, ਤੇ ਫਿਰ ਪੁੱਛਿਆ ਜਾਂਦਾ ਕਿ ਤੁਹਾਡੇ ਹੋਰ ਰਹਿੰਦੇ ਨਾਲ ਤੁਹਾਡਾ ਰਿਸ਼ਤਾ ਕੀ ਹੈ। ਉਹਦੇ ਵਿੱਚ ਇੱਕ ਡਰੋਪ ਡਾਊਨ ਮੈਨੂ ਡਿੱਗਦਾ ਤੇ ਉਹਦੇ ਵਿੱਚੋਂ ਤੁਸੀਂ ਉਹ ਰਿਸ਼ਤਾ ਚੁਣਨਾ।
ਫਿਰ ਅੱਗੇ ਜਿਹੜਾ ਸਵਾਲ ਆਉਂਦਾ ਉਹ ਇਹ ਆਉਂਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਦੀ ਪ੍ਰਾਪਰਟੀ ਦੇ ਵਿੱਚ ਰਹਿੰਦੇ ਹੋ। ਤੁਹਾਡਾ ਜਿਹੜਾ ਘਰ ਆ ਉਹ ਆ ਫਲੈਟ ਹੈ ਜਾਂ ਇਕੱਲਾ ਜਾਂ ਬਲੋਕ ਦੇ ਵਿੱਚ ਹੈ। ਫਿਰ ਅੱਗੇ ਕਿੰਨੇ ਬੈਡਰੂਮ ਹੈ, ਸੈਂਟਰਲ ਹੀਟਿੰਗ ਹੈਗੀ ਆ ਜਾਂ ਕਿਹੜੀ ਆ, ਗੈਸ ਵਾਲੀ ਆ ਜਾਂ ਬਿਜਲੀ ਵਾਲੀ ਆ। ਫਿਰ ਕੌਂਸਲ ਦਾ ਹਾਊਸ ਆ ਜਾਂ ਪ੍ਰਾਈਵੇਟ ਲੈਂਡਲੋਰਡ ਹੋ, ਤੇ ਨਾਲ ਆਉਂਦਾ ਕਾਰ ਆ ਜਾਂ ਵੈਨ ਆ ਤੁਹਾਡੇ ਕੋਲ। ਇੰਨੀ ਕੁ ਤੁਹਾਡੀ ਉਹਨਾਂ ਨੇ ਜਾਣਕਾਰੀ ਇਹਦੇ ਵਿੱਚ ਲੈਣੀ ਹੈ। ਇਸ ਤੋਂ ਅੱਗੇ ਆਉਂਦਾ ਰਿਵਿਊ ਪ੍ਰੋਗਰੈਸ। ਇਹਦੇ ਵਿੱਚ ਕੀ ਹੈ ਕਿ ਜਿੰਨੇ ਜਾਣੇ, ਮੰਨ ਲਓ ਕਿ ਤੁਸੀਂ ਪਤੀ ਪਤਨੀ ਹੋ ਤੇ ਨਾਲ ਤੁਹਾਡੇ 2 ਬੱਚੇ ਆ, ਫਿਰ ਉਹਨਾਂ ਨੇ ਇਕੱਲੇ ਇਕੱਲੇ ਦੀ ਜਾਣਕਾਰੀ ਲੈਣੀ ਹੈ, 4 ਜਣਿਆਂ ਦੀ। ਜੇ ਘਰ ਦੇ ਵਿੱਚ 2 ਜਾਣੇ ਆ ਤਾਂ ਉਹਦੇ ਵਿੱਚ ਜਨਮ, ਤੁਹਾਡੀ ਤਰੀਕ ਕੀ ਆ, ਜਨਮ ਕਿਹੜੇ ਦੇਸ਼ ਦਾ, ਤੁਹਾਡੀ ਨੈਸ਼ਨੈਲਿਟੀ ਕਿਹੜੀ ਆ। ਫਿਰ ਅੱਗੇ ਇੰਗਲਿਸ਼ ਬਾਰੇ ਉਹਨਾਂ ਨੇ ਪੁੱਛਿਆ ਵੀ ਤੁਹਾਨੂੰ ਇੰਗਲਿਸ਼ ਕਿੰਨੀ ਕੁ ਬੋਲਣੀ ਆਉਂਦੀ ਆ, ਕਿੰਨੀ ਸਮਝਣੀ ਆਉਂਦੀ ਆ, ਕਿੰਨੀ ਕੁ ਪੜ੍ਹਨੀ ਆਉਂਦੀ ਆ। ਉਹ ਤੁਸੀਂ ਆਪਣੇ ਹਿਸਾਬ ਦੇ ਨਾਲ ਉਹਦੇ ਵਿੱਚ ਉੱਤਰ ਦੇਣਾ। ਜਿਹੜੀ ਸਭ ਤੋਂ ਵੱਡੀ ਗੱਲ ਹੈ ਜਿਹਦੇ ਬਾਰੇ ਅੱਜ ਅਸੀਂ ਮੁੱਖ ਤੌਰ ਤੇ ਗੱਲ ਕਰਨ ਜਾ ਰਹੇ ਹਾਂ ਉਹ ਇਹ ਹੈ ਕਿ ਤੁਹਾਡੀ ਮੇਨ ਭਾਸ਼ਾ ਕੀ ਹੈ, ਜਿਹਦੇ ਬਾਰੇ ਅਸੀਂ ਵੱਖ-ਵੱਖ ਹੋਕਾ ਲਾਇਆ। ਕੱਲ ਗੁਰੂ ਨਾਨਕ ਸਿੱਖ ਗੁਰਦੁਆਰਾ ਟੈਗੋ ਸਟਰੀਟ, ਉੱਥੇ ਵੀ ਬੋਲਣ ਦਾ ਮੌਕਾ ਮਿਲਿਆ ਗੁਰਦੁਆਰਾ ਸਾਹਿਬ ਦੇ ਮੰਚ ਤੋਂ, ਤੇ ਜਿਹਦੇ ਰਾਹੀਂ ਇਹ ਸੁਨੇਹਾ ਲਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜਾ 16 ਨੰਬਰ ਤੁਹਾਨੂੰ ਪ੍ਰਸ਼ਨ ਆਉਣਾ ਹੈ, ਉਸ 16 ਨੰਬਰ ਪ੍ਰਸ਼ਨ ਦੇ ਵਿੱਚ ਤੁਹਾਡੇ ਕੋਲੋਂ ਪੁੱਛਿਆ ਗਿਆ ਕਿ ਤੁਹਾਡੀ ਮੇਨ ਲੈਂਗੁਏਜ ਕਿਹੜੀ ਹੈ, ਇੰਗਲਿਸ਼ ਜਾਂ ਹੋਰ। ਤੁਸੀਂ ਪੰਜਾਬੀ ਹੋ ਤਾਂ ਤੁਸੀਂ ਅਦਰ ਦੀ ਆਪਸ਼ਨ ਆਪਣੀ ਹੈ, ਤੇ ਉਹਦੇ ਰਾਹੀਂ ਤੁਸੀਂ ਆਪਣਾ ਜਿਹੜਾ ਵਿਚਾਰ ਦਰਜ ਕਰਨਾ ਪੰਜਾਬੀ ਦੇ ਵਿੱਚ। ਮੈਂ ਹੁਣ ਸਾਡੇ ਇੱਕ ਕਾਲਰ ਜੁੜਨ ਜਾ ਰਹੇ ਆ, ਤੇ ਮੈਂ ਸਾਡੇ ਜਿਹੜੇ ਕਾਲਰ ਆ ਉਹਨਾਂ ਨੂੰ ਜੀ ਆਇਆਂ ਕਹਿੰਦਾ। ਸਤਿ ਸ੍ਰੀ ਅਕਾਲ ਜੀ, ਤੁਹਾਡਾ ਰੇਡੀਓ 5 ਦਰਿਆ ਤੇ ਸਵਾਗਤ ਹੈ। ਹਾਂਜੀ ਵੀਰ ਜੀ, ਤੁਹਾਡੇ ਕੋਲ ਭਕਨਾ ਸਾਹਿਬ ਤੁਹਾਡਾ ਸਵਾਗਤ ਹੈ ਜੀ। ਖੁਰਮੀ ਸਾਹਿਬ, ਬਹੁਤ ਬਹੁਤ ਮਿਹਰਬਾਨੀ ਤੁਹਾਡੀ। ਨਹੀਂ, ਤੁਹਾਡਾ ਆਪਣਾ ਮੰਚ ਆ, ਤੁਹਾਡਾ ਆਪਣਾ ਘਰ ਪਰਿਵਾਰ ਆ, ਤੁਸੀਂ ਬਿਨਾਂ ਕਹੇ ਵੀ ਆ ਸਕਦੇ ਹੋ, ਤੇ ਤੁਸੀਂ ਸਾਡੇ ਸੱਦੇ ਤੇ ਤਾਂ ਆਉਂਗੇ ਆਉਂਗੇ ਜੀ। ਸਭ ਤੋਂ ਪਹਿਲਾਂ ਤੇ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਤੇ ਸੁਣਨ ਵਾਲਿਆਂ ਨੂੰ ਜਿਹੜਾ ਨਵਾਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ। ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਜੀ, ਤੁਹਾਨੂੰ ਵੀ ਬਹੁਤ। ਅੱਛਾ, ਇਹ ਡਬਲ ਇਕੋ ਆ ਰਹੀ, ਮੇਰੇ ਕੋਲ ਹੀ ਆ ਰਹੀ ਹੈ ਜਾਂ ਸਾਰਿਆਂ ਨੂੰ ਆ ਰਹੀ? ਇਹ ਥੋੜੀ ਜੀ ਸਮੱਸਿਆ ਸੀ, ਹਾਂਜੀ ਥੋੜੀ ਜੀ ਆ, ਤੇ ਆਪਾਂ ਕੋਈ ਨਹੀਂ ਫਿਕਸ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤੇ ਭਗਨਾ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਦੇ ਦਿਨ ਤੇ? ਹਾਂਜੀ, ਤੁਸੀਂ ਜਿਸ ਤਰ੍ਹਾਂ ਬਹੁਤ ਵਧੀਆ ਤਰੀਕੇ ਦੇ ਨਾਲ ਡਿਟੇਲ ਦੇ ਵਿੱਚ ਦੱਸ ਹੀ ਦਿੱਤਾ ਵਾ ਕਿ ਜਿਹੜਾ 20 ਮਾਰਚ ਨੂੰ ਸਕਾਟਲੈਂਡ ਸੈਂਸਸ ਦਿਹਾੜਾ ਵਾ, ਹਾਂਜੀ, ਉਹਦੇ ਸਬੰਧ ਦੇ ਵਿੱਚ ਆਪਾਂ ਫਾਰਮ ਕਿਸ ਤਰੀਕੇ ਨਾਲ ਭਰਨਾ ਵਾ। ਹਾਂਜੀ, ਇੱਥੇ ਆਪਾਂ ਇੰਗਲੈਂਡ ਦੇ ਵਿੱਚ ਤੇ ਵੇਲਸ ਦੇ ਵਿੱਚ ਤੇ ਨਾਰਥਰਨ ਆਇਰਲੈਂਡ ਦੇ ਵਿੱਚ ਤਕਰੀਬਨ ਇਹੋ ਜਿਹੇ ਸਿਮਿਲਰ ਫਾਰਮ ਭਰ ਚੁੱਕੇ ਆ। ਹਾਂਜੀ, ਤੇ ਪਿਛਲੇ ਸਾਲ 31 ਮਾਰਚ ਨੂੰ ਜਿਹੜਾ ਸੀਗਾ ਉਹ ਇੱਥੇ ਇੰਗਲੈਂਡ ਚ ਵੇਲ ਤੇ ਨਾਰਥਰਨ ਆਇਰਲੈਂਡ ਦਾ ਸੈਂਸਸ ਦਿਹਾੜਾ ਸੀਗਾ। ਹਾਂਜੀ, ਤੇ ਇਹਨਾਂ ਨੇ ਕੋਵਿਡ ਦੀ ਵਜ੍ਹਾ ਨਾਲ 1 ਸਾਲ ਅੱਗੇ ਕਰਤਾ ਸੀ ਸਕਾਟਲੈਂਡ ਵਾਲਿਆਂ ਨੇ। ਹਾਂਜੀ, 2022 ਚ ਕਰਤਾ। ਹਾਂਜੀ, ਹਾਂਜੀ, ਤੇ ਹੁਣ ਉਹ ਸਮਾਂ ਆ ਗਿਆ ਵਾ, ਤੇ ਹੁਣ ਆਪਾਂ ਨੂੰ ਚਾਹੀਦਾ ਕਿ ਆਪਾਂ ਜਿਹੜਾ ਬੜੇ ਸੁਚੇਤ ਹੋ ਕੇ ਸਾਰਾ ਫਾਰਮ ਭਰੀਏ। ਤੇ ਲੇਕਿਨ ਜਿਹੜੀ ਆਪਾਂ ਕੈਂਪੇਨ ਕੀਤੀ ਸੀਗੀ ਉਹ ਇਹ ਕੀਤੀ ਸੀਗੀ ਕਿ ਜਿਹੜੀ ਆਪਣੀ ਲੈਂਗੁਏਜ ਆ, ਮੇਨ ਲੈਂਗੁਏਜ, ਜਿਹੜਾ ਜਿਸ ਤਰ੍ਹਾਂ ਸਕਾਟਲੈਂਡ ਦੇ ਫਾਰਮ ਦੇ ਵਿੱਚ 16 ਨੰਬਰ ਜਿਹੜਾ ਖਾਨਾ ਵਾ, 16 ਨੰਬਰ ਸਵਾਲ ਆ, ਹਾਂਜੀ, ਉਹ ਆ ਵਾਟ ਇਜ਼ ਯੂਅਰ ਮੇਨ ਲੈਂਗੁਏਜ। ਉਹਦੇ ਵਿੱਚ ਆਪਾਂ ਆਪਣੀ ਮੇਨ ਲੈਂਗੁਏਜ ਪੰਜਾਬੀ ਲਿਖਾਉਣੀ ਆ। ਹਾਂਜੀ, ਤੇ ਉਹਦੇ ਲਿਖਣ ਦਾ ਜਿਹੜਾ ਫਾਇਦੇ ਆ ਤੁਸੀਂ ਵੀ ਕਾਫੀ ਡਿਟੇਲ ਨਾਲ ਦੱਸ ਚੁੱਕੇ ਹੋ, ਤੇ ਮੈਂ ਵੀ ਇਹ ਬੇਨਤੀ ਕਰਨੀ ਚਾਹੂੰਗਾ ਕਿ ਜਿਸ ਤਰ੍ਹਾਂ ਜੇ ਇਹਨਾਂ ਨੇ ਕੋਈ ਬੱਸ ਦਾ ਡਰਾਈਵਰ ਵੀ ਰੱਖਣਾ ਹੋਵੇ ਨਾ, ਤੇ ਬੱਸ ਜਿਹੜੀ ਪੰਜਾਬੀ ਦੇਖਦੇ ਆ ਵੀ ਬੱਸ ਕਿਹੜੇ ਏਰੀਏ ਦੇ ਵਿੱਚੋਂ ਦੀ ਜਾਣੀ ਆ, ਉੱਥੇ ਕਿਹੜੇ ਭਾਸ਼ਾ ਬੋਲਣ ਵਾਲੇ ਲੋਕ ਰਹਿੰਦੇ ਆ, ਤੇ ਆ ਬੋਲਣ ਵਾਲਾ ਡਰਾਈਵਰ ਹੀ ਲਾਉਂਦੇ ਆ। ਬਿਲਕੁਲ ਸਹੀ ਗੱਲ, ਬਿਲਕੁਲ ਸਹੀ ਗੱਲ। ਹਾਂਜੀ, ਤੇ ਇਸ ਕਰਕੇ ਜਿਹੜਾ ਇਹ ਆਪਣਾ ਕੋਈ ਇਹਦੇ ਵਿੱਚ ਆਪਾਂ ਬਾਈ ਲਾਅ ਫਾਰਮ ਆਪਾਂ ਨੂੰ ਭਰਨਾ ਹੀ ਪੈਣਾ, ਇਹਦੇ ਵਿੱਚ ਆਪਣਾ ਕੋਈ ਨੁਕਸਾਨ ਤਾਂ ਹੈ ਨਹੀਂ। ਹਾਂਜੀ, ਫਾਇਦਾ ਹੀ ਹੈ। ਤੇ ਜੇ ਆਪਾਂ ਸੁਚੇਤ ਹੋ ਕੇ ਆਪਣੀ ਭਾਸ਼ਾ ਜਿਹੜੀ ਆਪਾਂ ਘਰਾਂ ਦੇ ਵਿੱਚ ਬੋਲਦੇ ਆ ਉਹ ਪੰਜਾਬੀ ਲਿਖਾਂਗੇ। ਆਪਾਂ ਬੋਲਦੇ, ਪ੍ਰੋਬਲਮ ਇਹ ਆ ਕਿ ਆਪਾਂ ਬੋਲਦੇ ਘਰਾਂ 'ਚ ਪੰਜਾਬੀ ਆ ਪਰ ਲਿਖਦੇ ਆਪਾਂ ਅੰਗਰੇਜ਼ੀ ਆ, ਆਪਾਂ ਅੰਗਰੇਜ਼ ਬਣ ਜਾਂਦੇ ਆ ਫਾਰਮ ਭਰਨ ਲੱਗਿਆ ਨਾ। ਹਾਂਜੀ, 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 ਬਿਲਕੁਲ ਸਹੀ ਗੱਲ। ਤੇ ਉਹਦੇ ਨਾਲ ਹੋਇਆ ਕੀ ਸੀਗਾ ਵੀ 2011 ਦੇ ਵਿੱਚ ਜਿਹੜੀ ਪੰਜਾਬੀ ਬੋਲੀ ਸੀਗੀ ਉਹ ਦੂਸਰੇ ਨੰਬਰ ਤੋਂ ਤੀਸਰੇ ਨੰਬਰ ਤੇ ਆ ਗਈ ਸੀਗੀ। 2001 ਜਿਹੜਾ ਸੈਂਸਸ ਹੋਇਆ ਸੀ
ਉਦੋਂ ਪੰਜਾਬੀ ਬੋਲੀ ਯੂਕੇ ਦੇ ਵਿੱਚ ਦੂਸਰੇ ਨੰਬਰ ਤੇ ਹੁੰਦੀ ਸੀ, ਹਾਂਜੀ। ਦੂਜੇ ਤੇ ਤੇ ਹੁਣ ਪੋਲਿਸ਼ ਆ ਗਈ ਸੀ। ਆ ਜਿਹੜਾ ਹਾਂਜੀ ਫਿਰ 2011 ਤੀਸਰੇ ਥਾਂ ਤੇ ਆ ਗਈ, ਦੂਸਰੇ ਥਾਂ ਤੇ ਪੋਲਿਸ਼ ਆ ਗਈ। ਹਾਂਜੀ। ਪਹਿਲੇ ਨੰਬਰ ਤੇ ਅੰਗਰੇਜ਼ੀ, ਦੂਸਰੇ ਥਾਂ ਤੇ ਪੋਲਿਸ਼, ਤੀਸਰੇ ਥਾਂ ਤੇ ਪੰਜਾਬੀ। ਤੇ ਹੁਣ ਆਪਾਂ ਪੂਰਾ ਜ਼ੋਰ ਲਾਇਆ ਵਾ ਕੈਂਪੇਨ ਜਿਹੜੀ ਆਪਾਂ 3-4 ਸਾਲ ਤੋਂ ਚਲਾਈ ਆ। ਹਾਂਜੀ। ਤੇ ਹੁਣ ਵੀ ਅੱਜ ਵੀ ਜਿਹੜਾ ਤੁਸੀਂ, ਤੁਹਾਡੀ ਮਿਹਰਬਾਨੀ, ਤੁਸੀਂ ਇੰਨਾ ਸੁਚੇਤ ਕਰ ਰਹੇ ਜੇ ਸਾਰੇ ਆਪਣੇ ਪੰਜਾਬੀਆਂ ਨੂੰ ਕਿ ਜਿਹੜਾ ਸੈਂਸਸ ਆ ਉਹ ਫਾਰਮ ਚੰਗੀ ਤਰ੍ਹਾਂ ਭਰੋ, ਨਹੀਂ ਤੇ ਜੁਰਮਾਨਾ ਆਊਗਾ। ਤੇ ਇਹਦਾ ਪੰਜਾਬੀ ਦਾ ਖਾਨਾ ਜਿਹੜਾ ਵਾ ਉਹਦੇ ਵਿੱਚ ਜੇ ਤੁਸੀਂ ਘਰਾਂ 'ਚ ਪੰਜਾਬੀ ਬੋਲਦੇ ਜੇ ਤੇ ਫਿਰ ਪੰਜਾਬੀ ਲਿਖੋ, ਜੇ ਤੁਸੀਂ ਅੰਗਰੇਜ਼ੀ ਬੋਲਦੇ ਬੇਸ਼ੱਕ ਅੰਗਰੇਜ਼ੀ ਲਿਖੋ, ਇਹਦੇ ਬੇਸ਼ੱਕ ਵਿੱਚ ਕੋਈ ਗੱਲ ਅੰਗਰੇਜ਼ੀ। ਨਹੀਂ ਹੈ। ਮੈਂ ਇੱਥੇ ਪਕਨਾ ਸਾਹਿਬ ਤੁਹਾਨੂੰ ਰੋਕ ਕੇ ਇੱਕ ਮਾਫੀ ਚਾਹੁੰਦਾ ਕਿ ਮੈਂ ਜਿੰਨੇ ਵੀ ਸਾਡੇ ਦੋਸਤ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਆ, ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਤੁਹਾਨੂੰ ਜਿਹੜੇ ਸਾਡੇ ਕਾਲਰ ਆ, ਜਿਹੜੇ ਸਾਡੇ ਨਾਲ ਫੋਨ ਤੇ ਗੱਲ ਕਰ ਰਹੇ ਸੱਜਣਾ, ਉਹਨਾਂ ਦੀ ਆਵਾਜ਼ ਹੋ ਸਕਦਾ ਕਿ ਫੇਸਬੁੱਕ ਰਾਹੀਂ ਪੂਰੀ ਤੁਹਾਡੇ ਤੱਕ ਨਹੀਂ ਆਉਂਦੀ, ਕਿਉਂਕਿ ਉਹ ਰੇਡੀਓ ਦੇ ਸਿਸਟਮ ਰਾਹੀਂ ਚੱਲ ਰਹੀ ਆ। ਤੁਹਾਨੂੰ ਬੇਨਤੀ ਕਰੂੰਗਾ ਕਿ ਜਿੱਥੇ ਤੁਸੀਂ ਫੇਸਬੁੱਕ ਲਾਈਵ ਦੇਖ ਰਹੇ ਹੋ ਉਹਦੇ ਉੱਪਰ ਡਿਸਕ੍ਰਿਪਸ਼ਨ ਦੇ ਵਿੱਚ ਅਸੀਂ ਰੇਡੀਓ ਦਾ ਸਿੱਧਾ ਲਿੰਕ ਦਿੱਤਾ ਹੋਇਆ, ਤੁਸੀਂ ਉਸ ਲਿੰਕ ਨੂੰ ਨੱਪੋਗੇ ਤਾਂ ਤੁਹਾਨੂੰ ਪਾਣੀ ਵਰਗੀ ਸਾਫ਼ ਦੋਨਾਂ ਜਣਿਆਂ ਦੀ ਆਵਾਜ਼ ਆਊਗੀ, ਮੇਰੀ ਤੇ ਸਾਡੇ ਮਹਿਮਾਨ ਦੀ। ਹਾਂਜੀ ਵੀਰ ਜੀ, ਕੈਰੀ ਔਨ। ਅੱਛਾ ਵੀਰ ਜੀ, ਜਿਹੜੇ ਫਾਰਮ ਤੁਸੀਂ ਦੱਸਿਆ ਘਰਾਂ ਦੇ ਵਿੱਚ ਆ ਚੁੱਕੇ ਆ ਤਕਰੀਬਨ ਸਾਰਿਆਂ ਦੇ। ਹਾਂਜੀ। ਜੇ ਕਿਸੇ ਦਾ ਨਹੀਂ ਆਇਆ ਤੇ ਉਹ ਦੁਬਾਰਾ ਵੀ ਮੰਗਵਾ ਸਕਦਾ census.gov.scot ਜਿਹੜੀ ਵੈਬਸਾਈਟ ਤੇ ਜਾ ਕੇ। ਹਾਂਜੀ। ਤੇ ਆਨਲਾਈਨ ਫਾਰਮ ਜਿਹੜਾ ਵਾ ਐਰਕੀ ਸਾਰਾ ਥੋੜਾ ਬਹੁਤਾ ਜਿਹੜਾ ਪਹਿਲਾਂ ਆਨਲਾਈਨ ਹੁੰਦਾ ਸੀਗਾ, ਐਰਕੀ ਜਿਹੜਾ ਕੋਵਿਡ ਦੀ ਵਜ੍ਹਾ ਨਾਲ ਸਾਰਾ ਕੁਝ ਹੀ ਆਨਲਾਈਨ ਹੋ ਗਿਆ, ਤੇ ਆਨਲਾਈਨ ਹੀ ਤਕਰੀਬਨ ਸਾਰੇ ਭਰ ਰਹੇ ਐਰਕੀ। ਬਿਲਕੁਲ। ਹਾਂਜੀ। ਤੇ ਆਨਲਾਈਨ ਫਾਰਮ ਭਰ ਲੱਗਿਆ 20 ਡਿਜਿਟ ਦਾ ਇੰਟਰਨੈਟ ਐਕਸੈਸ ਕੋਡ ਜਿਹੜਾ ਵਾ ਸਾਰਿਆਂ ਦੇ ਘਰਾਂ 'ਚ ਆਇਆ ਵਾ, ਜਿਹਨੂੰ ਲੈ ਕੇ ਵੈਬਸਾਈਟ ਤੇ ਜਾ ਕੇ ਤੇ ਫਾਰਮ ਜਿਹੜਾ ਖੁੱਲ ਜਾਣਾ ਵਾ, ਤੇ ਉਹਦੇ 'ਚ 1 ਬਾਈ 1 ਭਰੀ ਜਾਣੇ। 20 ਕੁਐਸਚਨ ਸਾਰੇ ਹੈਗੇ ਆ ਜਿਹੜੇ ਹਾਊਸ ਹੋਲਡ ਦੇ ਆ, ਤੇ 45 ਕੁਐਸਚਨ ਇੰਡੀਵਿਜੂਅਲ ਦੇ ਆ। ਹਾਂਜੀ। ਉਹਨਾਂ ਦੇ ਵਿੱਚੋਂ ਇੱਕ ਕੁਐਸਚਨ ਜਿਹੜਾ ਵਾ ਉਹ 16 ਨੰਬਰ ਆ, ਜਿਹਦੇ 'ਚ ਆਪਾਂ ਲਿਖਣਾ ਵਾ ਕਿ ਸਾਡੀ ਮੇਨ ਲੈਂਗੁਏਜ ਪੰਜਾਬੀ। ਜੇ ਤਾਂ ਤੁਹਾਡੇ ਕੋਲ ਪੇਪਰ ਦੇ ਰੂਪ 'ਚ ਆਉਂਦੇ ਆ ਸਵਾਲ, ਤਾਂ ਉਹ 6 ਨੰਬਰ ਪੰਨੇ ਤੇ ਆ। ਹਾਂਜੀ। ਹਾਂਜੀ। ਤੇ ਜੇ ਆਨਲਾਈਨ ਆ ਫਿਰ 16 ਨੰਬਰ ਹੈ ਨਾ ਜੀ ਕੁਐਸਚਨ। ਹਾਂਜੀ। ਹਾਂਜੀ। ਹਾਂਜੀ, ਬਿਲਕੁਲ ਠੀਕ ਹੈ। ਅੱਛਾ, ਤੇ ਆਪਣੀ ਪੰਜਾਬੀਆਂ ਦੀ ਪਾਪੂਲੇਸ਼ਨ ਜਿਹੜੀ ਆ ਉਹ ਸਕਾਟਲੈਂਡ ਦੇ ਵਿੱਚ ਇੰਨੀ ਜ਼ਿਆਦਾ ਤੇ ਹੈ ਨਹੀਂ ਆ। ਹਾਂਜੀ। ਸਕਾਟਲੈਂਡ ਦੀ ਟੋਟਲ ਪਾਪੂਲੇਸ਼ਨ ਜਿਹੜੀ 5.295 ਮਿਲੀਅਨ ਆ। ਹਾਂਜੀ। ਮਤਲਬ ਲੱਖਾਂ ਜਾਂ ਕਰੋੜਾਂ 'ਚ ਨਹੀਂ ਆ। ਬਿਲਕੁਲ ਬਿਲਕੁਲ। ਹਾਂਜੀ। ਹਾਂਜੀ, ਤੇ ਉਹਦੇ ਵਿੱਚ ਵੀ ਪੰਜਾਬੀਆਂ ਦੀ ਜਿਹੜੀ ਅਕੋਰਡਿੰਗ ਟੂ 2011 ਸੈਂਸਸ ਜਿਹੜੀ ਆ ਉਹ 23,150 ਸੀਗੀ। ਹਾਂਜੀ। ਤੇ ਅਕੋਰਡਿੰਗ ਟੂ ਸਕਾਟਲੈਂਡ ਸੈਂਸਸ 2011 ਪੰਜਾਬੀ ਜਿਹੜੀ ਸੀਗੀ ਉਹ 5ਵੇਂ ਨੰਬਰ ਤੇ ਸੀਗੀ। ਹਾਂਜੀ। ਤੇ 2011 ਦੇ ਵਿੱਚ ਪੂਰੇ ਯੂਕੇ ਦੇ ਵਿੱਚ ਜਿਹੜੀ ਸੀ ਤੀਸਰੇ ਨੰਬਰ ਤੇ ਸੀਗੀ, ਤੇ ਸਕਾਟਲੈਂਡ 'ਚ 5ਵੇਂ ਨੰਬਰ ਤੇ ਸੀਗੀ। ਤੇ ਜੇ ਹੁਣ ਤੁਸੀਂ ਸੁਚੇਤ ਕਰ ਰਹੇ ਜੇ ਤੇ ਆਪਾਂ ਨੂੰ ਸਕਾਟਲੈਂਡ ਦੇ ਵਿੱਚ ਵੀ ਉੱਪਰ ਜਾਣਾ ਚਾਹੀਦਾ ਵਾ, ਤੇ ਯੂਕੇ ਦੇ ਵਿੱਚ ਤੇ ਆਪਾਂ ਨੂੰ ਪੂਰੀ ਉਮੀਦ ਆ ਕਿ ਆਪਾਂ ਜਿਹੜੀ ਤੀਸਰੇ ਨੰਬਰ ਤੋਂ ਦੂਸਰੇ ਥਾਂ ਤੇ ਆਪਾਂ ਆ ਜਾਣਾ ਵਾ। ਭਗਨਾ ਸਾਹਿਬ, ਜਿੱਥੇ ਆਪਣੇ ਕੋਲ 2011 ਦਾ ਅੰਕੜਾ ਆਉਂਦਾ ਪਹਿਲਾਂ, ਤੇ ਉਹ ਤੋਂ ਉਹ ਜਾਣੀ ਕਿ 11 ਦਾ ਜਿਹੜਾ ਅੰਕੜਾ ਸੀ ਉਹਦੇ ਵਿੱਚ 52 ਲੱਖ 95,403 ਜਿਹੜੀ ਪਾਪੂਲੇਸ਼ਨ ਦੱਸੀ ਗਈ ਆ। ਕਹਿੰਦੇ ਵੀ ਉਹ 2000 ਜਿਹੜੀ ਵਾਲੀ ਆ ਉਹ ਪਹਿਲਾਂ ਵਾਲੇ 10 ਸਾਲਾਂ ਦੇ ਮੁਕਾਬਲੇ 2 ਲੱਖ ਹੋਰ ਵਧੀ ਆ। ਉਹ 20 ਲੱਖ। ਤੇ ਇਸ ਕਰਕੇ ਤੁਸੀਂ ਇਹ ਦੇਖੋ ਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਭਾਈਚਾਰਾ ਵੀ ਵੱਡੀ ਗਿਣਤੀ 'ਚ ਵਧਿਆ ਹੋਣਾ। ਤੇ ਜੇ ਥੋੜਾ ਜਿਹਾ ਹੱਲਾ ਮਾਰਿਆ ਜਾਵੇ ਤਾਂ ਇੱਕ ਚੰਗਾ ਨਤੀਜਾ ਦਿੱਤਾ ਜਾ ਸਕਦਾ। ਬਿਲਕੁਲ ਬਿਲਕੁਲ ਵੀਰ ਜੀ, ਤੁਸੀਂ ਬਹੁਤ ਵਧੀਆ ਗੱਲ ਕੀਤੀ ਆ। ਭਾਈਚਾਰੇ ਜਿਹੜੇ ਆ ਆਪਣੇ ਪੰਜਾਬੀ ਭਾਈਚਾਰਾ ਤੇ ਸਾਰੇ ਥਾਵਾਂ ਤੇ ਵੀ ਆਪਣਾ ਵਧਿਆ ਵਾ, ਲੇਕਿਨ ਆਪਾਂ ਨੂੰ ਪ੍ਰੋਬਲਮ ਇਹ ਆਉਂਦੀ ਆ ਵੀ ਅਵੇਸਲੇ ਰਹਿੰਦੇ ਆ। ਹਾਂਜੀ। ਜਦੋਂ ਤੇ ਇਹੋ ਜਿਹਾ ਕੰਮ ਆਉਂਦਾ ਨਾ ਉਦੋਂ ਜ਼ਰੂਰ ਸੁਚੇਤ ਹੋਣਾ ਚਾਹੀਦਾ। ਬਾਅਦ ਚ ਅੱਗੋਂ ਪਿੱਛੋਂ ਭਾਵੇਂ ਵੇਸਲੇ ਰਹਿ ਜਾਣ, ਪਰ ਇਹ ਜਿਹੜੀ ਗਿਣਤੀ ਹੈ ਤੇ 10 ਸਾਲਾਂ ਬਾਅਦ ਹੋਣੀ ਹੈ ਨਾ ਜੀ। ਹਾਂਜੀ 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 ਹਾਂਜੀ। ਇਹ ਗਿਣਤੀ ਦੇ ਸਿਰ ਤੇ ਹੀ ਉਹਨਾਂ ਨੇ, ਗਵਰਨਮੈਂਟ ਨੇ ਆਪਣੀਆਂ ਪਲੈਨਿੰਗ ਸੈੱਟ ਕਰਨੀਆਂ। ਨੈਕਸਟ 10 ਈਅਰ ਪਲਾਨ ਉਹਨਾਂ ਦਾ ਹੈ ਕਿ ਉਹਨਾਂ ਨੇ ਕਿਹੜੀ ਕਿਹੜੀ ਕਮਿਊਨਿਟੀ ਨੂੰ ਕਿਹੜੀ ਥਾਂ ਦੇ ਉੱਤੇ ਉਹਨਾਂ ਨੇ ਕਿਹੜੀਆਂ ਸਹੂਲਤਾਂ ਦੇਣੀਆਂ ਵਾ। ਹਾਂਜੀ ਹਾਂਜੀ ਹਾਂਜੀ, ਤੇ ਬਜਟ ਜਿਹੜਾ ਸੈੱਟ ਹੋਣਾ ਉਦੋਂ ਵੀ ਇਹਨੂੰ ਕੰਸੀਡਰ ਕਰਦੇ ਆ। ਤੇ ਇਸ ਕਰਕੇ ਇਹ ਬਹੁਤ ਹੀ ਜ਼ਿਆਦਾ ਜ਼ਰੂਰੀ ਆ, ਬਹੁਤ ਹੀ ਜ਼ਿਆਦਾ ਅਹਿਮ ਹੈ ਜਿਹੜਾ ਤੁਸੀਂ ਮੁੱਦਾ ਅੱਜ ਦਾ ਲੈ ਕੇ ਆਏ ਹੋ। ਹਾਂਜੀ, ਤੇ ਨਾਲ ਆਪਣੇ ਭਕਨਾ ਸਾਹਿਬ ਜਿਹੜਾ ਪੰਜਾਬੀ ਜਿਹੜੀ ਲੈਬ ਜਾਣੀ ਕਿ ਪੰਜਾਬੀ ਲੈਂਗੁਏਜ ਅਵੇਅਰਨੈਸ ਬੋਰਡ, ਜਿਹਦੇ ਤੁਸੀਂ ਡਾਇਰੈਕਟਰ ਵੀ ਹੋ, ਉਹਦੀ ਤੁਸੀਂ ਇੱਕ ਐਪ ਵੀ ਬਣਾਈ ਆ। ਉਸ ਐਪ ਬਾਰੇ ਵੀ ਅੱਜ ਅਸੀਂ ਇਸੇ ਪ੍ਰੋਗਰਾਮ ਦੇ ਵਿੱਚ ਨਾਲ ਦੁਬਾਰਾ ਫੇਰ ਗੱਲ ਕਰਨੀ ਆ ਕਿ ਉਹ ਐਪ ਦਾ ਵੀ ਕੀ ਫਾਇਦਾ ਹੋਣਾ, ਜਾਂ ਉਹਦੇ ਰਾਹੀਂ ਤੁਸੀਂ ਜਿਹੜੀ ਆਪਣੇ MP ਨੂੰ ਚਿੱਠੀ ਲਿਖਣੀ ਆ ਉਹਦਾ ਕੀ ਫਾਇਦਾ ਹੋਣਾ। ਕਿਉਂਕਿ ਅੱਜ ਅਸੀਂ ਮਰਦਮਸ਼ੁਮਾਰੀ ਦਾ ਤੇ ਨਾਲ ਪੰਜਾਬੀ ਦੀ ਜਿਹੜੀ ਗੱਲਬਾਤ ਕਰ ਰਹੇ ਹਾਂ, ਇਹ ਦੋਵੇਂ ਜਿਹੜੇ ਮਸਲੇ ਆ ਇਹ
ਇੱਕ ਰੂਪ ਆ ਮੈਂ ਕਹਿੰਦਾ। ਤੇ ਇਸ ਕਰਕੇ ਸਾਡਾ ਉਹ ਵੀ ਫਰਜ਼ ਬਣਦਾ ਕਿ ਅੱਜ ਅਸੀਂ ਫੇਰ ਸਾਡੇ ਸਰੋਤਿਆਂ ਦੇ ਨਾਲ ਇਸ ਚੀਜ਼ ਦੀ ਸਾਂਝ ਪਾਈਏ। ਕੀ ਕਹਿਣਾ ਚਾਹੋਗੇ ਉਹਦੇ ਬਾਰੇ? ਜੀ ਬਹੁਤ ਹੀ ਵਧੀਆ ਤੁਸੀਂ ਸਵਾਲ ਕੀਤਾ ਵਾ ਤੇ ਜਿਹੜੀ ਆਪਣੀ ਯੂਕੇ ਦੇ ਵਿੱਚ 2015 ਦੇ ਵਿੱਚ ਇਹਨਾਂ ਨੇ ਕਿਹਾ ਸੀ ਏ ਲੈਵਲ ਬੰਦ ਕਰ ਦੇਣਾ, ਉਦੋਂ ਆਪਾਂ ਪਹਿਲਾ ਪੜਾਅ ਜਿੱਤ ਲਿਆ ਸੀਗਾ। ਗਵਰਨਮੈਂਟ ਮੰਨ ਗਈ ਸੀ ਕਿ ਏ ਲੈਵਲ ਬੰਦ ਨਹੀਂ ਕਰਾਂਗੇ। ਫਿਰ ਦੂਸਰਾ ਪੜਾਅ ਜਿਹੜਾ ਸੀਗਾ ਉਹ ਪੰਜਾਬੀ ਬੋਲੀ ਨੂੰ ਤੀਸਰੇ ਥਾਂ ਤੋਂ ਦੂਸਰੇ ਥਾਂ ਤੇ ਲੈ ਕੇ ਆਉਣ ਵਾਲਾ ਸੀਗਾ। ਹਾਂਜੀ ਫਿਰ ਉਹ ਜਿਹੜਾ ਵਾ ਆਪਾਂ ਉਹ ਵੀ ਉਹਦਾ ਰਿਜ਼ਲਟ ਜਿਹੜਾ ਵਾ 2-3 ਮਹੀਨੇ ਤੱਕ, ਜੂਨ ਤੱਕ ਆ ਜਾਣਾ ਵਾ। ਹਾਂਜੀ ਫਿਰ ਤੀਸਰਾ ਪੜਾਅ ਜਿਹੜਾ ਆਪਾਂ ਸ਼ੁਰੂ ਕੀਤਾ ਵਾ ਉਹ ਇਹ ਆ ਕਿ ਪੰਜਾਬੀ ਬੋਲੀ ਨੂੰ ਯੂਕੇ ਦੇ ਸਾਰੇ ਸਕੂਲਾਂ ਦੇ ਵਿੱਚ ਲਾਗੂ ਕੀਤਾ ਜਾਵੇ ਹਾਂਜੀ ਤੇ ਸਿੱਖ ਰੈਜੀਮੈਂਟ ਤੇ ਪੰਜਾਬ ਰੈਜੀਮੈਂਟ ਬਣਾਈ ਜਾਵੇ ਬ੍ਰਿਟਿਸ਼ ਫੋਰਸਸ ਦੇ ਵਿੱਚ। ਤੇ ਜਲਿਆਂਵਾਲਾ ਬਾਗ ਤੇ ਕਾਮਾਗਾਟਾ ਮਾਰੂ ਦੇ ਜਿਹੜੇ ਬਾਈ ਘਾਟ ਦੇ ਸ਼ਹੀਦ ਆ, ਜਾਂ 1947 ਦੇ ਵਿੱਚ ਪੰਜਾਬੀ ਕੌਮ ਨੂੰ ਜਿਹੜਾ ਦਰੜਿਆ ਗਿਆ ਵਾ, ਹਾਂਜੀ ਉਹਨਾਂ ਦੀ ਇਕੱਠਿਆਂ ਦੀ ਸਾਰਿਆਂ ਦੀ ਮਾਫੀ ਮੰਗੀ ਜਾਵੇ ਬ੍ਰਿਟਿਸ਼ ਪਾਰਲੀਮੈਂਟ 'ਚ। ਜਿਸ ਤਰ੍ਹਾਂ ਕਾਮਾਗਾਟਾ ਮਾਰੂ ਦੀ ਮਾਫੀ ਜਿਹੜੀ ਸੀਗੀ ਉਹ ਕੈਨੇਡਾ ਗਵਰਨਮੈਂਟ ਨੇ ਮੰਗੀ ਸੀਗੀ। ਹਾਂਜੀ 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 ਤੇ ਉਹਨੂੰ ਲੈ ਕੇ ਆਪਾਂ ਇੱਕ ਐਪ ਤਿਆਰ ਕੀਤਾ ਜਿਹਨੂੰ ਡਾਊਨਲੋਡ ਕਰਨ ਵਾਸਤੇ ਜਿਹੜਾ ਵਾ ਫ੍ਰੀ ਡਾਊਨਲੋਡ ਆ। PUNJABI ਲਿਖ ਲਓ ਜਾਂ PANJABI ਲਿਖ ਲਓ ਤੇ LAB, ਮਤਲਬ ਪੰਜਾਬੀ ਲੈਂਗੁਏਜ ਅਵੇਅਰਨੈਸ ਬੋਰਡ। ਪੰਜਾਬੀ LAB ਲਿਖਣਾ ਵਾ ਕੀਵਰਡ। ਹਾਂਜੀ ਤੇ ਉਹ ਫ੍ਰੀ ਡਾਊਨਲੋਡ ਹੈ, ਗੂਗਲ ਤੇ ਵੀ ਡਾਊਨਲੋਡ ਆ ਤੇ ਐਪ ਸਟੋਰ ਤੇ ਵੀ ਡਾਊਨਲੋਡ, ਫ੍ਰੀ ਡਾਊਨਲੋਡ ਕਰਕੇ ਉਸ ਤੋਂ ਬਾਅਦ ਜਿਹੜਾ ਸੈਕੰਡ ਉਹਦੇ ਵਿੱਚ ਇੱਕ ਆਈਕਨ ਆਉਣਾ ਵਾ, ਉਹ ਰਾਈਟ ਟੂ ਯੂਰ MP। ਹਾਂਜੀ ਰਾਈਟ ਟੂ ਯੂਰ MP ਤੁਸੀਂ ਖੁਦ ਜਿਹੜੀ ਉਹ ਭਰਿਆ ਵਾ ਫਾਰਮ, ਜਿਹੜਾ ਵਾ ਕੁਝ ਮਤਲਬ ਮਿੰਟਾਂ ਵਿੱਚ, ਸਕਿੰਟਾਂ 'ਚ ਭਰਿਆ ਜਾ ਬਹੁਤ ਸਕਦਾ। ਸੌਖਾ, ਉਹ ਤਾਂ ਅੱਖ ਝਪਕਣ ਜਿੰਨਾ ਟਾਈਮ ਲੱਗਦਾ। ਬਹੁਤ ਸੌਖਾ ਵਾ। ਉਹਦੇ ਵਿੱਚ ਸਿਰਫ ਆਪਣਾ ਪਹਿਲਾਂ ਕਾਉਂਟੀ ਭਰਨੀ ਆ, ਕਾਉਂਟੀ ਆ ਜਾਣੀ। ਉਸ ਤੋਂ ਬਾਅਦ ਪੋਸਟ ਕੋਡ ਭਰਨਾ ਵਾ ਤੇ ਪੋਸਟ ਕੋਡ ਭਰਨ ਤੋਂ ਬਾਅਦ MP ਆ ਜਾਂਦਾ। ਹਾਂਜੀ ਹਾਂਜੀ ਤੇ ਫਿਰ ਜਿਹੜੀ ਲੈਟਰ ਆ ਉਹ ਪਹਿਲਾਂ ਲਿਖ ਕੇ ਵਿੱਚ ਪਾਈ ਆ ਤਾਂ ਕਿ ਪੰਜਾਬੀਆਂ ਨੂੰ ਚਿੱਠੀ ਵੀ ਨਾ ਲਿਖਣੀ ਪਵੇ ਜਿਹੜੀ MP ਨੂੰ ਆਪਾਂ ਕਲਿੱਕ ਕਰਨੀ ਆ। ਉਹ ਜਿਹੜੀ ਚਿੱਠੀ ਦੀ ਜਿਹੜੀ ਸ਼ਬਦਾਵਲੀ ਆ ਲਿਖੀ ਆ ਇੰਗਲਿਸ਼ ਦੇ ਵਿੱਚ, ਉਹਨੂੰ ਜੇ ਕੋਈ ਚਾਹਵੇ ਤਾਂ ਐਡਿਟ ਕਰਨ ਲਈ ਆਜ਼ਾਦ ਹੈ। ਬਿਲਕੁਲ ਬਿਲਕੁਲ, ਉਹਨੂੰ ਐਡਿਟ ਵੀ ਕੀਤਾ ਜਾ ਸਕਦਾ ਵਾ, ਜਿਸ ਤਰ੍ਹਾਂ ਦੀ ਮਰਜ਼ੀ ਲਿਖ ਸਕਦੇ ਹੋ ਤੁਸੀਂ। ਤੇ ਫਿਰ ਥੱਲੇ ਆਪਣਾ ਐਡਰੈਸ ਭੇਜ ਕੇ ਕਲਿੱਕ ਕਰਨਾ ਵਾ ਤੇ MP ਨੂੰ ਚਿੱਠੀ ਪਹੁੰਚ ਜਾਣੀ ਆ। ਤੇ ਜੇ ਕੋਈ ਚਾਹਵੇ ਕਿ ਐਪ ਦੇ ਥਰੂ ਨਹੀਂ ਕਰਨੀ ਤੇ ਉਹ ਖੁਦ ਵੀ MP ਦੀ ਜਿਹੜੀ ਈਮੇਲ ਆ ਉਹ ਲੱਭ ਕੇ ਤੇ ਆਪੇ ਚਿੱਠੀ ਲਿਖ ਕੇ ਤੇ ਆਪੇ ਈਮੇਲ ਕਰ ਸਕਦਾ। ਲੇਕਿਨ ਕਰੋ ਜ਼ਰੂਰ, ਮੇਰੀ ਤੇ ਹਾਂਜੀ ਹਾਂਜੀ ਨਹੀਂ, ਉਹਦਾ ਚਲੋ ਐਪ ਜਰੀਏ ਜਾਣਦਾ ਜਿਹੜਾ ਇਹ ਆ ਕਿ ਇੱਕੋ ਪਲੇਟਫਾਰਮ ਤੋਂ ਪਤਾ ਲੱਗਦਾ ਹੈ ਕਿ ਕਿੰਨੇ ਹਜ਼ਾਰ ਤੱਕ ਅਸੀਂ ਪਹੁੰਚ ਚੁੱਕੇ ਹਾਂ। ਪਰ ਸਾਨੂੰ ਭਕਨਾ ਸਾਹਿਬ ਜਿਹੜਾ ਸਕਾਟਲੈਂਡ ਦੇ ਭਾਈਚਾਰੇ ਵੱਲੋਂ ਇੱਕ ਬਹੁਤ ਵੱਡਾ ਹੁੰਗਾਰਾ ਮਿਲ ਰਿਹਾ, ਕਿਉਂਕਿ ਜਿਹਦੇ ਨਾਲ ਵੀ ਇਸ ਬਾਰੇ ਗੱਲ ਕਰੀ ਦੀ ਆ ਤੇ ਉਹਨਾਂ ਵੱਲੋਂ ਹਾਂ ਦਾ ਹੁੰਗਾਰਾ ਹੀ ਮਿਲਦਾ। ਹੁਣ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਆਪਣੇ ਤੌਰ ਤੇ ਕੋਸ਼ਿਸ਼ ਕਰਾਂਗੇ, ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਦੇ ਮੰਚ ਤੋਂ ਸਾਨੂੰ ਬੋਲਣ ਦਾ ਮੌਕਾ ਦਿੱਤਾ ਗਿਆ ਤਾਂ ਉਹ ਵੀ ਬੋਲਾਂਗੇ। ਤੇ ਨਾਲ ਹੀ ਉੱਥੇ ਇੱਕ ਜਾਣੇ ਦੀ ਡਿਊਟੀ ਵੀ ਲਾਵਾਂਗੇ ਕਿ ਜਿਵੇਂ ਐਤਵਾਰ ਨੂੰ ਪ੍ਰੋਗਰਾਮ ਹੁੰਦਾ, ਸੰਗਤ ਆਉਂਦੀ ਆ ਤੇ ਉੱਥੇ ਇੱਕ ਜਾਣੇ ਦੀ ਡਿਊਟੀ ਪੱਕੇ ਤੌਰ ਤੇ ਲਾਈ ਜਾਵੇ, ਉਹ ਬੈਠੇ ਤੇ ਉੱਥੇ ਜਿਹੜੇ ਸੰਗਤਾਂ ਦੇ ਸਿਗਨੇਚਰ ਲਏ ਜਾਣ। ਅਸੀਂ ਕੋਸ਼ਿਸ਼ ਕਰਾਂਗੇ ਪੰਜ ਦਰਿਆ ਵੱਲੋਂ ਇਸ ਮੁਹਿੰਮ ਦੇ ਵਿੱਚ ਅਸੀਂ ਆਪਣੇ ਆਪ ਨੂੰ ਸਾਥੀ ਸਮਝ ਕੇ ਚੱਲ ਰਹੇ ਹਾਂ ਤੇ ਸਾਡਾ ਫਰਜ਼ ਵੀ ਬਣਦਾ। ਤੇ ਮੈਂ ਵੀਰ ਜੀ, ਪੰਜ ਦਰਿਆ ਜੇ ਤੁਸੀਂ ਹੁਣੇ ਹੀ ਸ਼ੁਰੂ ਕੀਤਾ ਵਾ, ਲੇਕਿਨ ਤੁਸੀਂ ਬੜੀਆਂ ਵੱਡੀਆਂ ਪਲਾਂਘਾਂ ਪੁੱਟ ਰਹੇ ਜੇ। ਔਰ ਤੁਸੀਂ ਕਾਫੀ ਸਿਗਨੇਚਰ ਕਰਵਾ ਵੀ ਦਿੱਤੇ ਆ। ਮਿਹਰਬਾਨੀ, ਤੁਹਾਡੀ ਬਹੁਤ ਬਹੁਤ ਮਿਹਰਬਾਨੀ ਹੈ। ਅਸੀਂ ਭਕਨਾ ਸਾਹਿਬ ਨਾ ਕੋਸ਼ਿਸ਼ ਇਹ ਕਰਦੇ ਆ ਕਿ ਜਦੋਂ ਕਿਸੇ ਤੁਸੀਂ ਇੱਕ ਜਾਣੇ ਨਾਲ ਗੱਲ ਕਰਦੇ ਹੋ ਤੇ ਉਹ ਇੱਕ ਜਾਣੇ ਦੇ ਪਿੱਛੇ ਇੱਕ ਪਰਿਵਾਰ ਖੜਾ। ਠੀਕ ਹੈ, ਹੁਣ ਮੰਨ ਲਓ ਕਿ ਕੋਈ ਮੇਰੇ ਨਾਲ ਗੱਲ ਕਰੇ ਤੇ ਮੇਰਾ ਇਹ ਹੋਊਗਾ ਕਿ ਚਲੋ ਜੀ ਸਾਈਨ ਕਰੋ ਤੇ ਤੋਰ ਦੋ, ਮਤਲਬ ਕਿ ਇੱਕ ਜਾਣੇ ਨੇ ਕਰਤੇ। ਅਸੀਂ ਕੋਸ਼ਿਸ਼ ਪਰਿਵਾਰ ਤੱਕ ਪਹੁੰਚਣ ਦੀ ਕਰ ਰਹੇ ਹਾਂ ਕਿ ਜੇ ਅਗਲੇ ਦੇ ਜਾਂ ਤਾਂ ਸਿੱਧਾ ਮਿਲਿਆ ਜਾਵੇ ਤੇ ਜਾਂ ਉਹਨਾਂ ਤੋਂ ਪੂਰੇ ਪਰਿਵਾਰ ਦੀ ਡਿਟੇਲ ਲੈ ਕੇ ਉਹ ਸਿਗਨੇਚਰ ਕਰਵਾਏ ਜਾਣ। ਕੋਸ਼ਿਸ਼ ਇਹ ਆ ਸਾਡੀ, ਤੇ ਤਾਂ ਕਿ ਅਸੀਂ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਇਹਦੇ ਭਾਗੀਦਾਰ ਬਣੀਏ। ਤੇ ਨਾਲ ਭਕਨਾ ਸਾਹਿਬ, ਮੈਂ ਤੁਹਾਨੂੰ ਜਿਹੜੀ ਐਪ ਦੇ ਸੰਬੰਧ ਦੇ ਵਿੱਚ ਵਧਾਈ ਦੇਣੀ ਚਾਹੂੰਗਾ ਕਿ ਤੁਸੀਂ ਜਿਹੜੇ ਉਹਦੇ ਵਿੱਚ ਆਪਣੀ ਹੁਣ ਤੱਕ ਦੀ ਕਾਰਗੁਜ਼ਾਰੀ, ਚਾਹੇ ਉਹ ਰੇਡੀਓ ਇੰਟਰਵਿਊ ਹੋਣ, ਚਾਹੇ ਉਹ TV ਚੈਨਲਾਂ ਨਾਲ ਇੰਟਰਵਿਊ ਹੋਣ, ਤੇ ਜਾਂ ਫਿਰ ਉਹ ਅਖਬਾਰਾਂ ਦੀਆਂ ਜਿਹੜੀਆਂ ਕਾਂਤਰਾਂ ਦੇ ਵਿੱਚ ਤੁਸੀਂ ਆਪਣਾ ਕੀਤਾ ਹੋਇਆ ਕੰਮ ਉਹ ਦਿਖਾਇਆ, ਉਹ ਇੱਕ ਵੱਡਾ ਉੱਦਮ ਆ। ਕਿਉਂਕਿ ਦੇਖਣ ਵਾਲੇ ਨੂੰ ਕਈ ਵਾਰ ਇਹ ਹੁੰਦਾ ਕਿ ਐਪ ਪਤਾ ਨਹੀਂ ਕੀ ਚੀਜ਼ ਆ। ਜਦੋਂ ਤੁਸੀਂ ਐਪ ਦੇ ਵਿੱਚ ਵੜਦੇ ਹੋ, ਮੈਂ ਆਪਣਾ ਨਿੱਜੀ ਤਜਰਬਾ ਦੱਸਦਾ ਕਿ ਇੱਕ ਤਰ੍ਹਾਂ ਸਵਾਦ ਆਉਂਦਾ ਕਿ ਤੁਸੀਂ ਜਿਵੇਂ ਨਾ ਵੀ ਇੱਕ ਪੰਜਾਬੀ ਸੰਸਾਰ ਦੇ ਵਿੱਚ ਗੁੰਮ ਜਾਂਦੇ ਹੋ। ਤੇ ਜਿਹੜੇ ਤੁਸੀਂ ਰੇਡੀਓ ਦੇ ਲਿੰਕ ਲਾਏ ਆ, ਉਹ ਲਿੰਕ ਵੀ ਇੱਕ ਸਲਾਹੁਣਯੋਗ ਉਪਰਾਲਾ। ਤੇ ਸਾਨੂੰ ਮਾਣ ਹੈ ਕਿ ਤੁਸੀਂ ਪੰਜ ਦਰਿਆ ਰੇਡੀਓ ਨੂੰ ਛੋਟੀ ਉਮਰ ਹੋਣ ਦੇ ਬਾਵਜੂਦ ਵੀ ਵੱਡਾ ਮਾਣ ਦਿੱਤਾ। ਜੀ ਵੀਰ ਜੀ, ਉਹਦੇ ਵਿੱਚ ਦੋ ਹੋਰ ਵੀ ਆਈਕਨ ਜਿਹੜੇ ਬੜੇ ਇੰਪੋਰਟੈਂਟ ਆ। ਉਹ ਆ ਕਿ
ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਇੱਕ ਬੜਾ ਵਧੀਆ ਉਪਰਾਲਾ ਕੀਤਾ। ਉਹਨਾਂ ਨੇ ਇੱਕ ਅੱਖਰ 2021 ਇੱਕ ਸੌਫਟਵੇਅਰ ਤਿਆਰ ਕੀਤਾ ਵਾ। ਹਾਂਜੀ ਬਿਲਕੁਲ ਬਿਲਕੁਲ। ਹਾਂਜੀ ਉਹ ਜਿਹੜਾ ਕੰਪਿਊਟਰ ਤੇ ਡਾਊਨਲੋਡ ਕਰਕੇ ਬੜੇ ਸੌਖੇ ਤਰੀਕੇ ਦੇ ਨਾਲ ਆਪਾਂ ਜਿਹੜਾ ਵਾ ਪੰਜਾਬੀ ਲਿਖ ਸਕਦੇ ਆ, ਉਹ ਵੀ ਉਹਦੇ ਤੋਂ ਡਾਊਨਲੋਡ ਕੀਤਾ ਜਾ ਸਕਦਾ ਵਾ। ਉਸ ਤੋਂ ਬਾਅਦ ਜਿਹੜੀਆਂ ਯੂਨੀਵਰਸਿਟੀ ਨੇ ਵੀਡੀਓ ਬਣਾਈਆਂ ਵਾ ਪੰਜਾਬੀ ਬੋਲੀ ਸਿੱਖਣ ਵਾਸਤੇ, ਹਾਂਜੀ ਉਹ ਵੀ ਉਹਦੇ ਤੇ ਜਾ ਕੇ ਵੇਖੀਆਂ ਜਾ ਸਕਦੀਆਂ ਵਾ। ਬਿਲਕੁਲ ਬਿਲਕੁਲ। ਉਹ ਵੱਡਾ ਉਦਮ ਆ, ਕਿਉਂਕਿ ਮੈਂ ਜਿਵੇਂ ਤੁਸੀਂ ਸੀਪੀ ਕੰਬੋਜ ਜੀ ਦੀ ਵੈਬਸਾਈਟ, ਜਿਹੜੇ ਪਟਿਆਲਾ ਯੂਨੀਵਰਸਿਟੀ ਦੇ ਕੰਪਿਊਟਰ ਡਿਪਾਰਟਮੈਂਟ ਦੇ ਵਿੱਚ ਆਪਣੇ ਵਧੀਆ ਮਿੱਤਰ ਆ, ਤੇ ਉਹਨਾਂ ਦੇ ਲਹਿਲ ਸਾਹਿਬ ਦੇ ਕੰਮ ਬਹੁਤ ਵੱਡੇ ਆ ਪੰਜਾਬੀ ਫੌਂਟ ਦੇ ਖੇਤਰ ਦੇ ਵਿੱਚ। ਤੇ ਉਹ ਤੁਸੀਂ, ਮੈਨੂੰ ਵੀ ਹੈਰਾਨੀ ਸੀ ਇਸ ਗੱਲ ਦੀ ਕਿ ਜਦੋਂ ਤੁਸੀਂ, ਮੈਂ ਉਹਦੇ ਵਿੱਚ ਤੁਹਾਨੂੰ ਪੁੱਛਿਆ ਵੀ ਸੀ ਕਿ ਕੰਬੋਜ ਸਾਹਿਬ ਦੀ ਵੈਬਸਾਈਟ ਆ, ਉਹ ਸਿਖਾਂਦਰੂ ਜਿਹੜੇ ਬੰਦੇ ਆ ਨਾ ਇੰਟਰਨੈਟ ਦੇ ਮਾਮਲੇ ਦੇ ਵਿੱਚ ਜਾਂ ਵੈਬਸਾਈਟਾਂ ਦੇ ਮਾਮਲੇ, ਉਹਨਾਂ ਲਈ ਬਹੁਤ ਰਾਮਬਾਣ ਵਾਲੀ ਗੱਲ ਆ, ਉਹ ਬਹੁਤ ਵੱਡੀ ਗੱਲ ਜੀ ਆ। ਬਿਲਕੁਲ ਬਿਲਕੁਲ। ਹਾਂਜੀ। ਤੇ ਮੈਂ ਭਗਨਾ ਸਾਹਿਬ ਇੱਧਰ ਦੁਬਾਰਾ ਫੇਰ ਤੁਹਾਨੂੰ ਸੈਂਸਸ ਵੱਲ ਲੈ ਕੇ ਆਉਣਾ। ਇਹਦੇ ਵਿੱਚ ਪਹਿਲਾਂ ਕੀ ਸੀਗਾ ਕਿ ਜਿਹੜਾ ਸਿੱਖੀਜ਼ਮ ਦਾ ਖਾਨਾ ਨਹੀਂ ਸੀ, ਜਦੋਂ ਤੁਸੀਂ ਧਰਮ ਦੇ ਤੌਰ ਤੇ ਇੱਕ ਆਪਣਾ ਪਛਾਣ ਭਰਦੇ ਹੋ ਨਾ, ਉੱਥੇ ਪਹਿਲਾਂ ਸਿੱਖ ਖਾਨਾ ਨਹੀਂ ਸੀ ਹੁੰਦਾ। ਪਰ ਉਹ ਇੱਕ ਸੰਘਰਸ਼ ਦਾ ਨਤੀਜਾ ਕਿ ਇਸ ਵਾਰ ਜਿਹੜਾ ਸੈਂਸਸ ਦੇ ਵਿੱਚ ਵੱਖ-ਵੱਖ ਧਰਮਾਂ ਦੀ ਲਿਸਟ ਆਉਂਦੀ ਹੈ ਨਾ, ਉਹ ਇੱਕ ਤਾਂ ਆਪਾਂ ਨੂੰ ਇਹ ਹੁੰਦਾ ਵੀ ਜਿਵੇਂ ਆਪਾਂ ਲੈਂਗੁਏਜ ਭਰਨ ਲੱਗੇ ਆ ਤਾਂ ਇੰਗਲਿਸ਼ ਕੱਲੀ ਆਉਂਦੀ ਆ, ਲਿਖਿਆ ਅੱਗੇ ਅਦਰ ਤੋਂ ਬਾਅਦ ਤੁਸੀਂ ਪੰਜਾਬੀ ਭਰਦੇ ਹੋ ਖੁਦ, ਹਨਾ। ਪਰ ਐਤਕੀ ਜਿਹੜਾ ਸਿੱਖ ਵਾਲਾ ਖਾਨਾ, ਉਹ ਸਿੱਖ ਵਾਲਾ ਖਾਨਾ ਬਿਲਕੁਲ ਸਾਹਮਣੇ ਆਉਂਦਾ, ਤੁਸੀਂ ਟੈਕ ਕੀ ਕਰਨਾ। ਬਹੁਤ ਵਧੀਆ, ਤੁਸੀਂ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਜਿਹੜੀ ਗੱਲ ਕੀਤੀ ਆ, ਕਿਉਂਕਿ ਇੰਗਲੈਂਡ ਤੇ ਵੇਲਜ਼ ਤੇ ਨਾਰਥਰਨ ਆਇਰਲੈਂਡ ਦਾ ਜਿਹੜਾ ਸੈਂਸਸ ਹੋਇਆ, ਉਹਦੇ ਵਿੱਚ ਇਹ ਖਾਨਾ ਨਹੀਂ ਸੀ ਹੈਗਾ। ਹਾਂਜੀ ਹਾਂਜੀ। ਸਿਰਫ ਸਕਾਟਲੈਂਡ ਨੂੰ ਇਹ ਸਿਰਾ ਜਾਂਦਾ ਵਾ ਕਿ ਉਹਨਾਂ ਨੇ ਸਭ ਤੋਂ ਪਹਿਲਾਂ ਜਿਹੜਾ ਵਾ ਆਪਣੇ ਸੈਂਸਸ ਫਾਰਮ ਦੇ ਵਿੱਚ ਇਹ ਖਾਨਾ ਰੱਖਿਆ ਵਾ। ਇਹਦੇ ਵਾਸਤੇ ਆਪਾਂ ਜਿੰਨਾ ਵੀ ਧੰਨਵਾਦ ਕਰੀਏ ਸਕਾਟਲੈਂਡ ਦੇ ਜਿਹੜੇ ਪ੍ਰਬੰਧਕ ਆ ਉਹਨਾਂ ਦਾ, ਉਹਨਾਂ ਹੀ ਥੋੜਾ। ਹਾਂਜੀ ਨਹੀਂ, ਇੱਥੇ ਕੱਲ ਹਰਜਾਲ ਸਿੰਘ ਬਾਰੀ ਜੀ ਆ, ਉਹ ਸਾਡੇ ਮਾਣਯੋਗ, ਹੁਣ ਤਾਂ ਉਹ ਸੇਵਾ ਮੁਕਤ ਅਧਿਆਪਕ ਆ, ਇੱਥੇ ਆ, ਤੇ ਉਹਨਾਂ ਨੇ ਸਮਾਜ ਸੇਵਾ ਦੇ ਖੇਤਰ 'ਚ ਉਹਨਾਂ ਦਾ ਵੀ ਵੱਡਾ ਕੰਮ ਆ। ਤੇ ਕੱਲ ਉਹਨਾਂ ਨੇ ਵੀ ਗੁਰਦੁਆਰਾ ਸਾਹਿਬ ਦੀ ਸਟੇਜ ਤੋਂ ਬੋਲ ਕੇ ਇਸੇ ਵਿਸ਼ੇ ਤੇ ਮੁੱਖ ਤੌਰ ਤੇ ਬੋਲੇ, ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਮੈਂ ਬੋਲਣਾ, ਪਰ ਉਹਨਾਂ ਨੇ ਫਿਰ ਉਹ ਆਪ ਦਾ ਟਾਈਮ ਮੇਰੇ ਹਿੱਸੇ ਪਾਇਆ, ਪਰ ਉਹਨਾਂ ਨੇ ਨਾਲ ਜਿਹੜੀ ਵਾਧਾ ਕਰਨਾ ਗੱਲ ਦੇ ਵਿੱਚ ਉਹ ਕੀਤਾ ਸੀ। ਤੇ ਸੰਗਤਾਂ ਵੱਲੋਂ ਕਾਫੀ ਵਧੀਆ ਸਹਿਯੋਗ ਮਿਲਿਆ ਇਸ ਮਸਲੇ ਤੇ। ਜੀ ਜੀ, ਬਹੁਤ ਵਧੀਆ ਗੱਲ ਹੈ। ਹਾਂਜੀ। ਤੇ ਤੁਸੀਂ ਭਗਨਾ ਸਾਹਿਬ, ਮੈਨੂੰ ਪਤਾ ਕਿ ਤੁਹਾਡੇ ਰੁਝੇਵੇਂ ਬਹੁਤ ਹੈ, ਤੇ ਤੁਸੀਂ ਇਹ ਤੋਂ ਅੱਗੇ ਵੀ ਅੱਜ ਜਿਹੜਾ ਪੂਰਾ ਦਿਨ ਰੁਝੇਵਿਆਂ ਦੇ ਵਿੱਚੋਂ ਵੱਖ-ਵੱਖ ਰੇਡੀਓ ਚੈਨਲਾਂ ਤੇ ਟੀਵੀ ਚੈਨਲਾਂ ਤੇ ਅੱਜ ਤੁਸੀਂ ਰੁਝੇਵੇਂ ਚੋਂ, ਤੇ ਤੁਸੀਂ ਬੜੀ ਵਧੀਆ ਗੱਲਬਾਤ ਤੇ ਬਹੁਤ ਹੀ ਸੱਜੇ ਢੰਗ ਨਾਲ ਆਪਣੇ ਵਿਚਾਰ ਸਾਡੇ ਸਰੋਤਿਆਂ ਤੱਕ ਪਹੁੰਚਦੇ ਕੀਤੇ ਆ। ਤੇ ਤੁਹਾਨੂੰ ਫਿਰ ਬੇਨਤੀ ਕਰਾਂਗੇ, ਜਦੋਂ ਵੀ ਸਾਨੂੰ ਤੁਹਾਡੀ ਲੋੜ ਪਈ ਤੁਹਾਨੂੰ ਆਵਾਜ਼ ਜ਼ਰੂਰ ਮਾਰਾਂਗੇ। ਤੇ ਅੱਜ ਇਹਨਾਂ ਟਾਈਮ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਮਿਹਰਬਾਨੀ ਵੀਰ ਜੀ। ਮਿਹਰਬਾਨੀ ਜੀ, ਮਿਹਰਬਾਨੀ। ਸੋ ਦੋਸਤੋ, ਇਹ ਸਨ ਸਤਿਕਾਰਯੋਗ ਹਰਮੀਤ ਸਿੰਘ ਭਕਨਾ, ਜਿਹੜੇ ਪੰਜਾਬੀ ਭਾਸ਼ਾ ਚੇਤਨਾ ਬੋਰਡ ਯੂਕੇ ਦੇ ਡਾਇਰੈਕਟਰ ਹਨ। ਉਹਨਾਂ ਵੱਲੋਂ ਆਪਣੇ ਬੋਲਾਂ ਦੀ ਸਾਂਝ ਪਾ ਕੇ ਸਾਡੇ ਜਿੰਨੇ ਸੂਝਵਾਨ ਸਰੋਤੇ ਆ ਸਕਾਟਲੈਂਡ ਦੇ, ਖਾਸ ਕਰਕੇ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਸਕਾਟਲੈਂਡ ਦੀ ਮਰਦਮਸ਼ੁਮਾਰੀ ਦੇ ਵਿੱਚ ਆਪਣਾ ਬਣਦਾ ਸਰਦਾ ਯੋਗਦਾਨ ਪਾਉਣ। ਮੈਂ ਜਿਹੜੀ ਸੈਂਸਸ ਭਰਨ ਵਾਲੇ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਸੀ, ਉਹ ਅਸੀਂ ਇਸ ਕਰਕੇ ਅੱਜ ਦੱਸ ਰਹੇ ਹਾਂ ਕਿ ਜਦੋਂ ਵੀ ਇਹ ਵੀਡੀਓ ਤੁਹਾਡੇ ਕੋਲ ਇੱਕ ਹਫ਼ਤੇ ਦੇ ਅੰਦਰ ਅੰਦਰ ਪਹੁੰਚੇ ਤਾਂ ਤੁਸੀਂ ਆਪਣੇ ਦੋਸਤਾਂ ਮਿੱਤਰਾਂ ਨੂੰ, ਆਪਣੇ ਪਰਿਵਾਰਾਂ ਦੇ ਵਿੱਚ ਇਹ ਜਾਣਕਾਰੀ ਜ਼ਰੂਰ ਪਹੁੰਚਦੀ ਕਰਨੀ ਆ, ਤਾਂ ਕਿ ਅਸੀਂ ਸਾਡੇ ਨਾਲ ਲਾਈਨ ਦੇ ਉੱਤੇ ਪੰਜਾਬ ਤੋਂ ਦੋਸਤ ਸਾਂਝ ਪਾ ਰਹੇ ਆ। ਹਾਂਜੀ ਬਹਾਦਰ ਸਿੰਘ ਜੀ, ਸਤਿ ਸ੍ਰੀ ਅਕਾਲ, ਤੁਹਾਡਾ ਸਵਾਗਤ ਹੈ ਰੇਡੀਓ ਪੰਜ ਦਰਿਆ ਤੇ। ਹਾਂਜੀ, ਸਤਿ ਸ੍ਰੀ ਅਕਾਲ ਵੀਰ ਜੀ, ਧੰਨਵਾਦ ਜੀ। ਪਹਿਲਾਂ ਤਾਂ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਤੁਸੀਂ ਬਠਿੰਡਾ, ਡੱਬ ਵਾਲੀ, ਪਥਰਾਲਾ, ਉੱਥੋਂ ਸਾਡੇ ਨਾਲ ਸਾਂਝ ਪਾ ਰਹੇ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ, ਬਹੁਤ ਬਹੁਤ ਸਮਾਂ ਦੇਣ ਲਈ ਵੀਰ ਜੀ। ਕੀ ਕਹਿਣਾ ਚਾਹੋਗੇ? ਮੈਂ ਇਸੇ ਵਿਸ਼ੇ ਤੇ ਗੱਲ ਕਰਨਾ ਚਾਹੁੰਦਾ ਸੀਗਾ ਵੀ ਜਿਵੇਂ ਮਰਦਮਸ਼ੁਮਾਰੀ ਦਾ ਤੁਹਾਡੇ ਸਕਾਟਲੈਂਡ ਦੇ ਵਿੱਚ, ਯੂਕੇ ਦੇ ਵਿੱਚ ਚੱਲ ਰਿਹਾ ਨਾ ਜੀ, ਤਾਂ ਉਹਦੇ ਚ ਮੈਂ ਵੀ ਸੁਣ ਰਿਹਾ ਸੀ ਭਕਨਾ ਸਾਹਿਬ ਦੀ ਗੱਲ ਵੀ ਤੁਹਾਡੀ ਸੁਣ ਰਿਹਾ ਸੀਗਾ, ਤਾਂ ਬੜੇ ਮਾਣ ਦੀ ਗੱਲ ਆ। ਸਾਨੂੰ ਵੀ ਖੁਸ਼ੀ ਹੋਈ ਵੀ ਅਸੀਂ ਜਿਹੜਾ ਹੈਗਾ ਆਪਣੇ ਆਪ ਦੇ ਵਿੱਚ ਇਹ ਕਹਿ ਸਕਦੇ ਹਾਂ ਵੀ ਜਿਹੜੀਆਂ ਗੱਲਾਂ ਅਸੀਂ ਇੱਥੇ ਸੁਣਦੇ ਹਾਂ ਜੀ, ਪੰਜਾਬੀ ਬਾਹਰ ਜਾ ਕੇ ਭੁੱਲ ਜਾਂਦੇ ਆ ਜੀ। ਫਿਰ ਸਾਡੀਆਂ ਜਿਹੜੀਆਂ ਨਸਲਾਂ ਤੱਕ ਵੀ ਗੱਲ ਜਾਂਦੀ ਹੈ ਵੀ ਪੰਜਾਬੀ ਆ ਜਿਹੜੇ ਉੱਥੇ ਜਾ ਕੇ ਫਿਰ ਜੀ ਤੀਜੀ ਨਸਲ ਐ ਹੋ ਜੂ। ਤਾਂ ਮੈਂ ਕਹਿੰਦਾ ਵੀ ਅਸੀਂ ਹਜੇ ਇੱਥੇ ਗੈਰ ਹਾਜ਼ਰ ਬੈਠੇ ਆ, ਤੁਸੀਂ ਹਾਜ਼ਰ ਬੈਠੇ ਹੋ ਪੰਜਾਬੀ ਵਾਸਤੇ। ਚਲੋ ਇਹ ਤੁਹਾਡਾ ਵੱਡਾ ਪਾਣਾ, ਪਰ ਮੇਰਾ ਬਹਾਦਰ ਵੀਰ ਜੀ, ਮੇਰਾ ਮੰਨਣਾ ਇਹ ਆ
ਕਿ ਜੇ ਅਸੀਂ ਇਹ ਰੌਲਾ ਪਾਈਏ ਹਾਏ ਪੰਜਾਬੀ ਮਰ ਗਈ, ਹਾਏ ਪੰਜਾਬੀ ਮਰ ਗਈ, ਉਹ ਇੱਕ ਨਾ ਡਫੂਮ ਕਹਿ ਸਕਦੇ ਹਾਂ ਅਸੀਂ। ਉਹ ਪੰਜਾਬੀ ਮਾਂ ਬੋਲੀ ਦੇ ਮਰਨ ਦਾ ਮਤਲਬ ਇਹ ਨਹੀਂ ਕਿ ਉਹ ਪਹਿਲਾਂ ਸਹਿਕਣ ਲੱਗ ਗਈ, ਅਸੀਂ ਉਹਨੂੰ ਚੱਕ ਕੇ ਸਟ੍ਰੈਚਰ ਤੇ ਪਾ ਕੇ ਹਸਪਤਾਲ ਲੈ ਗਏ, ਫਿਰ ਡਾਕਟਰਾਂ ਨੇ ਉਹਦੇ ਬੋਤਲਾਂ ਲਾਤੀਆਂ। ਉਹਦੇ ਮਰਨ ਦਾ ਮਤਲਬ ਇਹ ਨਹੀਂ। ਉਹਦੇ ਮਰਨ ਦਾ ਮਤਲਬ ਸਾਡੇ ਚੇਤਿਆਂ ਚੋਂ ਨਿਕਲਣਾ, ਸਾਡਾ ਆਪਣੇ ਫਰਜ਼ਾਂ ਤੋਂ ਮੁਨਕਰ ਹੋਣਾ, ਸਾਡਾ ਆਪਣੇ ਬੱਚਿਆਂ ਦੇ ਹੱਥ ਜਿਹੜੀ ਸਾਡੇ ਕੋਲ ਚੀਜ਼ ਆ ਉਹ ਅੱਗੇ ਨਹੀਂ ਪਹੁੰਚਦੀ ਕਰਨੀ। ਇਹਨਾਂ ਗੱਲਾਂ ਦੇ ਵਿੱਚੋਂ ਪੰਜਾਬੀ ਮਰਦੀ ਆ। ਤੇ ਜਿੰਨੇ ਕੁ ਉਦਮ ਕਹਿ ਲਓ ਆਪੋ ਆਪਣੇ ਪੱਧਰ ਤੇ ਵਿਦੇਸ਼ਾਂ ਦੇ ਵਿੱਚ ਹੋ ਰਿਹਾ, ਉਹ ਬਹੁਤ ਸਲਾਹੁਣਯੋਗ ਆ। ਤੁਸੀਂ ਇਹ ਸੋਚ ਕੇ ਦੇਖੋ ਕਿ ਜਿੱਥੇ ਇੱਕ ਪਾਸੇ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਅਸੀਂ ਪੰਜਾਬੀ ਦੀ ਗੱਲ ਜਦੋਂ ਕਰਦੇ ਹਾਂ ਤਾਂ ਸਕੂਲਾਂ ਦੇ ਵਿੱਚ ਕੀ ਮਾਹੌਲ ਆ। ਹੁਣ ਤਾਂ ਚਲੋ ਪ੍ਰਾਇਮਰੀ ਸਕੂਲਾਂ ਦੇ ਵਿੱਚ ਚਲੋ ਬਹੁਤ ਵਧੀਆ ਮਾਹੌਲ ਬਣਿਆ ਹੋਇਆ, ਪਰ ਅੰਗਰੇਜ਼ੀ ਸਕੂਲਾਂ ਦੇ ਵਿੱਚ ਫਿਰ ਵੀ ਪੰਜਾਬੀ ਬੋਲਣ ਤੇ ਜੁਰਮਾਨਾ ਲਾਇਆ ਜਾਂਦਾ। ਠੀਕ ਹੈ ਜੀ। ਪਰ ਵਿਦੇਸ਼ਾਂ ਦੇ ਵਿੱਚ ਤੁਹਾਡੇ ਲਈ ਇੱਕ ਦੱਸ ਦੇਵਾਂ ਕਿ ਜਿੰਨੇ ਕੁ ਗੁਰੂ ਘਰ, ਜੇ ਇੱਕ ਸ਼ਹਿਰ ਦੇ ਵਿੱਚ 2 ਆ ਜਾਂ 4 ਆ ਜਾਂ 5 ਆ, ਉਹਨਾਂ ਸਾਰਿਆਂ ਦੀ ਕੋਸ਼ਿਸ਼ ਇਹ ਆ ਕਿ ਹਰੇਕ ਗੁਰੂ ਘਰ ਦੇ ਵਿੱਚ ਐਤਵਾਰ ਨੂੰ ਪੰਜਾਬੀ ਦੀਆਂ ਕਲਾਸਾਂ ਦਾ ਪ੍ਰਬੰਧ ਹੋਵੇ, ਜਿੱਥੇ ਲੋਕ ਆਪੋ ਆਪਣੇ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਵੀ ਲੈ ਕੇ ਆਉਂਦੇ ਆ ਤੇ ਘੰਟਾ 2 ਘੰਟੇ ਜਿਹੜੀ ਪੰਜਾਬੀ ਦੀ ਕਲਾਸ ਵੀ ਲਵਾਉਂਦੇ ਆ। ਜਿਹੜਾ ਕਿ ਅਸੀਂ ਇਹ ਕਹਿ ਸਕਦੇ ਹਾਂ ਵੀ ਸਾਡੇ ਵਾਸਤੇ ਬਹੁਤ ਵੱਡਾ ਦੁਖਾਂਤ ਹੈ ਵੀ ਜਿਹੜਾ ਕਿ ਇਹ ਚੀਜ਼ਾਂ ਸਾਡੇ ਗੁਰੂ ਘਰਾਂ ਦੇ ਵਿੱਚ ਹੈ ਹੀ ਨਹੀਂ। ਕਹਿ ਸਕਦੇ ਹਾਂ ਵੀ ਨਾ ਮਾਤਰ ਨਹੀਂ, ਹੈ ਹੀ ਨਹੀਂ। ਅਸੀਂ ਇਹ ਗੱਲ ਕਹਿ ਸਕਦੇ ਹਾਂ ਨਾ ਜੀ ਵੀ ਇਹ ਕਲਾਸਾਂ ਲਾਉਣ ਦੀ ਗੱਲ ਤਾਂ ਦੂਰ ਦੀ ਰਹਿ ਗਈ ਜੀ। ਤੇ ਕੋਈ ਇਹ ਕੋਸ਼ਿਸ਼ ਵੀ ਨਹੀਂ ਕਰ ਰਹੇ। ਅਸੀਂ ਇਹ ਕਹਿ ਸਕਦੇ ਹਾਂ ਇੱਧਰ ਭਾਰਤ ਦੇ ਵਿੱਚ ਲਾ ਲਓ, ਪੰਜਾਬ ਦੇ ਵਿੱਚ ਲਾ ਲਓ ਨਾ ਜੀ, ਇਹ ਚੀਜ਼ਾਂ ਕਦੇ ਵੀ ਸਾਨੂੰ ਤਾਂ ਦੇਖਣ ਨੂੰ ਨਹੀਂ ਮਿਲਦੀਆਂ। ਅਸੀਂ ਖੁਦ ਇਹ ਕਹਿ ਸਕਦੇ ਹਾਂ ਵੀ ਸਾਡੇ ਬਥਾਲੇ ਪਿੰਡ 'ਚ ਵੀ 2 ਗੁਰੂ ਘਰ ਹੈ, ਤਾਂ ਅਸੀਂ ਕਦੇ ਇਹ ਨਹੀਂ ਦੇਖਿਆ ਵੀ ਉੱਥੇ ਇਸ ਤਰੀਕੇ ਨਾਲ ਕਲਾਸਾਂ ਲੱਗਦੀਆਂ ਹੋਣਗੀਆਂ ਜਾਂ ਗੁਰਮਤ ਦੀ ਬੱਚਿਆਂ ਨੂੰ ਕੋਈ ਮਤਲਬ ਜਿਹੜਾ ਹੈਗਾ ਸੰਥਿਆ ਦਾ ਕੋਈ ਦੇਣ ਦਾ, ਬੱਚਿਆਂ ਦਾ ਕੋਈ ਉਪਰਾਲਾ ਕੀਤਾ ਜਾਂਦਾ ਹੋਵੇ। ਤਾਂ ਇੱਕ ਇਹ ਕਹਿ ਸਕਦੇ ਹਾਂ ਜਿਵੇਂ ਬੰਦਾ ਕਿਸੇ ਵਿਆਹ ਸ਼ਾਦੀ 'ਚ ਵਗ ਜਾਂਦਾ ਤੇ ਉੱਥੇ ਚੁੱਪ ਗੜੁੱਪ ਕਰਕੇ ਬੈਠ ਜਾਂਦਾ ਹੈ, ਤਾਂ ਇੱਕ ਬੰਦਾ ਮੰਨ ਲਓ ਦੂਰ ਬੈਠਾ ਜਾਂ ਚਾਹੇ ਵੀਡੀਓ ਕਾਲ ਰਾਹੀਂ ਉੱਥੇ ਦੇਖ ਲਏ ਜਾਂ ਕੋਈ ਹੋਰ ਹੈ, ਉਹ ਉੱਥੇ ਬੈਠਾ ਤਾਂ ਉਹ ਹਾਜ਼ਰ ਤੇ ਪਰ ਉਹ ਉੱਥੇ ਜਿਹੜਾ ਹੈਗਾ ਵਿਆਹ ਦੇ ਵਿੱਚ ਆਇਆ ਹੋਇਆ ਤਾਂ ਉਹ ਗੈਰ ਹਾਜ਼ਰ ਰਹਿ ਜਾਂਦਾ ਹੈ ਨਾ ਜੀ। ਦੇਖਣ ਕੰਨਿਓ ਜਾਂ ਲਾ ਲਓ ਤਰੀਕੇ ਨਾਲ, ਜਾਂ ਉੱਥੇ ਕਿਸੇ ਦਾ ਬੰਦੇ ਦੇ ਨਾਲ ਉਹ ਬੰਦਾ ਕੋਈ ਹੈਲਪ ਨਹੀਂ ਕਰਦਾ ਤਾਂ ਉਹ ਗੈਰ ਹਾਜ਼ਰ ਰਹਿ ਗਿਆ। ਕਿਸੇ ਤਰ੍ਹਾਂ ਦਾ ਉਹਨਾਂ ਨੇ ਉੱਥੇ ਜਾ ਕੇ ਉਹਨਾਂ ਸਾਹਮਣੇ ਸਵਾਰਿਆ। ਅਸੀਂ ਇਹ ਕਹਿ ਸਕਦੇ ਹਾਂ ਵੀ ਅਸੀਂ ਪੰਜਾਬ ਦੇ ਵਿੱਚ ਰਹਿ ਕੇ ਅਸੀਂ ਗੈਰ ਹਾਜ਼ਰ ਹੈ ਤੇ ਤੁਸੀਂ ਇਸ ਤੇ ਪੰਜਾਬੀ ਮਾਂ ਬੋਲੀ ਵਾਸਤੇ ਵੱਡੀ ਸੇਵਾ ਕਰ ਰਹੇ ਹੋ, ਤਾਂ ਤੁਸੀਂ ਹਾਜ਼ਰ ਬੈਠੇ ਹੋ। ਨਹੀਂ, ਤੁਸੀਂ ਅੱਜ ਹਾਜ਼ਰੀ ਲਾ ਰਹੇ ਹੋ, ਇਹਦਾ ਮਤਲਬ ਤੁਸੀਂ ਵੀ ਹਾਜ਼ਰ ਹੀ ਹੋ। ਮੈਂ ਇਹ ਕਹਿਣਾ ਚਾਹੂੰਗਾ ਧੰਨਵਾਦ ਕਿਉਂਕਿ ਤੁਸੀਂ ਜਿਹੜੇ ਆਪੋ ਆਪਣੇ ਬਿਜ਼ਨਸ ਜਾਂ ਆਪੋ ਆਪਣੇ ਕੰਮਾਂ ਦੇ ਵਿੱਚੋਂ ਵੀ ਟਾਈਮ ਕੱਢਦੇ ਹੋ ਸਮਾਜ ਲਈ, ਤੇ ਉਹ ਤੁਹਾਡੀ ਹਾਜ਼ਰੀ ਆ, ਕਿਸੇ ਨਾ ਕਿਸੇ ਢੰਗ ਨਾਲ ਹਾਜ਼ਰੀ ਆ। ਤੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਸਾਨੂੰ ਹੌਸਲਾ ਦੇਣ ਲਈ ਪੰਜਾਬ ਤੋਂ ਆਪਣਾ ਕੰਮ ਛੱਡ ਕੇ ਸਾਡੇ ਨਾਲ ਸਾਂਝ ਪਾਈ ਆ। ਤੇ ਇਸੇ ਤਰ੍ਹਾਂ ਹੀ ਮਿਲਦੇ ਰਹੋ। ਬਹੁਤ ਬਹੁਤ ਮਿਹਰਬਾਨੀ। ਹਾਂਜੀ ਹਾਂ, ਸਾਨੂੰ ਵੀ ਬਹੁਤ ਖੁਸ਼ੀ ਹੋਈ ਹੈ। ਪੰਜਾਬੀ ਮਾਂ ਬੋਲੀ ਜਿਵੇਂ ਅਸੀਂ ਪਹਿਲਾਂ ਸੁਣ ਰਹੇ ਸੀਗੇ ਵੀ ਸਾਡੇ 3 ਨੰਬਰ ਤੇ ਆਈ ਸੀ, ਤੇ ਇਸ ਵਾਰੀ ਤੁਹਾਡੇ ਉਪਰਾਲੇ ਨਾਲ ਜਿਹੜੀ ਹੈਗੀ ਹੈ ਵੀ ਅਸੀਂ ਵੀ ਜਿਵੇਂ ਕਹਿ ਦਈਏ ਆਪਦੇ ਵੱਲੋਂ ਇਹ ਕਹਿੰਦੇ ਆ ਵੀ ਪੰਜਾਬੀ ਮਾਂ ਬੋਲੀ ਹੁਣ 2 ਨੰਬਰ ਤੇ, ਤੁਹਾਡਾ ਜਿਹੜਾ ਕਾਲਮ ਹੈ ਜਿਹੜਾ ਉਹ 2 ਨੰਬਰ ਤੇ ਆਊਗਾ ਜੀ। ਚਲੋ ਮਿਹਰਬਾਨੀ। ਤੇ ਤੁਹਾਡਾ ਜਿਹੜਾ ਉਪਰਾਲਾ ਸੀ, ਹਾਂਜੀ ਹਾਂ, ਧੰਨਵਾਦ ਵੀਰ ਜੀ, ਬਹੁਤ ਬਹੁਤ ਮਿਹਰਬਾਨੀ। ਬਹੁਤ ਬਹੁਤ ਮਿਹਰਬਾਨੀ।